मैं ਤੁਹਾਨੂੰ ਡਾਇਲੌਗ ਦੱਸਣਾ ਹੈ ਛੋਟਾ ਜਿਹਾ ਤੇ ਤੁਸੀਂ ਦੱਸਣਾ ਹੈ ਕਿਹਨੇ ਬੋਲਿਆ ਸੀਗਾ। ਅੱਛਾ ਮੈਨੂੰ ਇਹ ਡਾਇਲੌਗ ਦੇ ਨਹੀਂ ਤੁਹਾਨੂੰ ਜਿੱਤੇ ਆ ਸਾਰੇ। ਮੈਂ ਤੁਹਾਨੂੰ ਦੱਸਦਾ ਰਾਜ ਕਰਾਂਗੇ 25 ਸਾਲ। ਇਹ ਠੇਕੇਦਾਰੀ ਸਿਸਟਮ ਵਾਲਾ ਸੀਗਾ ਸੁੱਖਾ ਗੱਪੀ। ਤੇ ਇੱਕ ਵਾਰੀ ਜਿਤਾ ਦਿਓ ਮੇਰੀ ਉਮਰ ਵੱਧ ਜੂ। ਮੈਂ ਨਹੀਂ ਦੱਸਦਾ ਯਾਰ ਇਹ। ਕਾਂਗਰਸ ਦੇ ਦਰਵਾਜ਼ੇ ਸਿੱਧੂ ਲਈ ਬੰਦ ਨੇ। ਕੀ ਦੱਸਾਂ ਅਹੰਕਾਰੀ ਰਾਜਾ। बहनों और भाइयों ਜਾਣ ਦੇ ਯਾਰ ਤੂੰ ਬਸ ਕਰ। लास्ट है मैं आ भी कर लेना मैं आ भी कर लेना मैं आ भी कर लेना। ਮੈਨੂੰ ਸੁਣਿਆ ਹੀ ਨਹੀਂ ਹੈ। ਪਟਿਆਲਾ ਜੁੱਧ ਟੱਕਰ ਇਹਦੇ ਮੁਕਾਬਲੇ ਫਿਰ ਕੌਣ? ਵੀ ਪੁਰਾਣੇ ਸਿਸਟਮ ਨਾਲ ਬੇਵਕੂਫ ਬਣਾ ਲਾਂਗੇ। ਬਿਲਕੁਲ सत्ता हासिल कर लेंगे। फिर ना सत्ता हासिल आधी छोड़ पूरी को ध्यावे आधी मिले ना पूरी पावे। वो सिस्टम टुटना चाहिए, वो सिस्टम खत्म होना चाहिए तो एक पंजाब पक्षी सिस्टम सिरजा जाना चाहिए। किसी को हीरो बना दो, किसी को सिंपथी दवा दो, किसी को कुछ बना, ये चलना नहीं होना। ਕਹਿੰਦੇ ਕਿ ਇਮਰਾਨ ਖਾਨ ਨੇ ਸਿਫਾਰਿਸ਼ ਕੀਤੀ ਸੀਗੀ ਨਵਜੋਤ ਸਿੰਘ ਸਿੱਧੂ। मतलब ਜਿਹਨੇ ਝੂਠ ਬੋਲਣਾ ਉਹ ਠੀਕ ਠੀਕ ਤਾਂ ਲਾਵੇ ਯਾਰ। ਮੈਂ ਵੀ ਪੱਤਰਕਾਰੀ ਰੋਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਮੈਂ ਖਬਰ ਲਾ ਦੂੰ। ਉਹ ਕਹਿੰਦੇ ਫਿਰ ਜਿਹੜਾ 5 ਰੁਪਏ ਦਿੰਦਾ ਉਦੋਂ ਲੈ ਲੈ। ਗੱਲ ਇਹ ਕਿ ਜਿਸ ਤਰੀਕੇ ਨਾਲ ਦੁਆਬੇ ਦੇ ਵਿੱਚ ਮਾਹੌਲ ਬਣਿਆ ਹੋਇਆ, ਰਾਣਾ ਗੁਰਜੀਤ ਜਿਹੜੇ ਆ 3-4 ਸੀਟਾਂ ਦੇ ਉੱਪਰ ਤੁਹਾਨੂੰ ਨੁਕਸਾਨ ਪਹੁੰਚਾਉਣ ਨੂੰ ਲੱਗੇ ਹੋਏ ਆ, ਪ੍ਰਧਾਨ ਹੋਣ ਦੇ ਨਾਤੇ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ? ਜਦੋਂ ਪਾਰਟੀ ਨੇ ਇੱਕ ਵਾਰ ਕਹਿਤਾ ਕਿ ਕਿਸੇ ਦੀ ਭੈਣ ਨੂੰ ਕਿਸੇ ਪਰਿਵਾਰ 'ਚ 2 ਟਿਕਟਾਂ ਨਹੀਂ ਦਿਆਂਗੇ, ਫਿਰ ਭਾਈ ਕੋਈ ਆਤਮਤਾਈ ਨਹੀਂ ਨਾ। ਕਹਿੰਦੇ ਸਰਖਾਬ ਦੇ ਪਰ ਥੋੜਾ ਲੱਗੇ ਵੀ ਤੁਸੀਂ ਉਹਨੂੰ ਦੇ ਦਿਓਗੇ ਉਹਦੇ ਲਈ। ਪਰ ਤ੍ਰਿਪਤ ਬਾਜਵਾ ਹੋਣੀ ਵੀ ਇਹ ਗੱਲ ਕਹਿ ਰਿਹਾ ਕਿ ਸੰਤੋਖ ਚੌਧਰੀ ਦੇ ਬੇਟੇ ਨੂੰ ਦੇਤੀ, ਅਮਰ ਸਿੰਘ ਦੇ ਬੇਟੇ ਨੂੰ ਦੇਤੀ। ਨਹੀਂ ਪਰ ਉਹ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਭਾਰਤ ਦੀ ਸਿਆਸਤ ਦੇ ਚਰਚਿਤ ਚਿਹਰੇ ਤੇ ਭਾਰਤ ਦੀ ਸਿਆਸਤ ਦੇ ਮਰਦ ਦਲੇਰ ਨਵਜੋਤ ਸਿੰਘ ਸਿੱਧੂ। ਮਰਦ ਦਲੇਰ ਇਸ ਲਈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹਰ ਉਹ ਮੁੱਦਾ ਚੁੱਕਿਆ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧ ਰੱਖਦਾ ਸੀ। ਹਰ ਉਹ ਮੁੱਦਾ ਮੀਡੀਆ ਦੇ ਗਲਿਆਰਿਆਂ ਦੇ ਵਿੱਚ ਵੀ ਲਿਆਉਂਦੇ ਰਹੇ ਨੇ ਤੇ ਉਹਨੂੰ ਅੰਜਾਮ ਤੱਕ ਵੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹੇ ਨੇ। ਫਿਰ ਉਹ ਚਾਹੇ ਵਿਰੋਧੀਆਂ ਨਾਲ ਸੰਬੰਧਿਤ ਹੋਵੇ ਤੇ ਚਾਹੇ ਆਪਣੀ ਪਾਰਟੀ ਦੇ ਨਾਲ ਤੇ ਚਾਹੇ ਆਪਣੇ ਹੀ ਮੁੱਖ ਮੰਤਰੀ ਦੇ ਨਾਲ। ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਵੱਖ-ਵੱਖ ਰਾਜਨੀਤਿਕ ਮੁੱਦਿਆਂ ਤੇ ਵੀ, ਪੰਜਾਬ ਮਾਡਲ ਤੇ ਵੀ, ਤੇ ਅਸੀਂ ਇਹ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਸਾਡੀ ਇਹ ਇੰਟਰਵਿਊ TRP ਲਈ ਨਹੀਂ, ਸਗੋਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਲੋਕਾਂ ਤੱਕ ਤੇ ਲੋਕਾਂ ਦੀ ਹਰ ਗੱਲ ਹਰ ਸਵਾਲ ਜਿਹੜਾ ਸਿੱਧੂ ਸਾਹਿਬ ਤੱਕ ਉਹਨਾਂ ਦਾ ਨਹੀਂ ਪਹੁੰਚ ਸਕਦਾ, ਅਸੀਂ ਉਹ ਸਵਾਲ ਸਿੱਧੂ ਸਾਹਿਬ ਤੱਕ ਪਹੁੰਚਾਵਾਂਗੇ। ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਕਰਦੇ ਹਾਂ ਸਵਾਗਤ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਛੋਟੇ ਵੀਰ। ਔਰ ਮੈਂ ਨਾ ਤੇਰੇ ਵਰਗੇ ਨੌਜਵਾਨਾਂ ਦਾ ਹਮੇਸ਼ਾ ਮੁਰੀਦ ਹਾਂ ਜਿਹੜੇ ਆਪਦੇ ਦਮ ਤੇ ਬਣੇ ਨੇ। ਮੈਂ ਤੈਨੂੰ ਦੇਖਿਆ ਕਿਸ ਤਰ੍ਹਾਂ ਇੱਕ ਚੈਨਲ ਨੂੰ ਛੋਟੇ ਜਿਹੇ ਆਕਾਰ ਤੋਂ ਤੂੰ ਸਥੂਲ ਭਾਵ 'ਚ ਲੈ ਗਿਆ, ਵੱਡਾ ਬਣਾ ਦਿੱਤਾ ਹੈ। ਮੈਂ ਤੇਰੇ ਕੈਮਰੇ ਬਦਲਦੇ ਦੇਖੇ ਹੈ, ਮੈਂ ਤੇਰਾ ਐਟੀਟਿਊਡ ਬਦਲਦਾ ਦੇਖਿਆ ਹੈ, ਮੈਂ ਤੇਰੇ ਜਿਹੜੇ ਗੈਸਟ ਸਪੀਕਰ ਨੇ ਉਹ ਬਦਲਦੇ ਦੇਖੇ ਹੈ। ਲੇਕਿਨ ਇੱਕ ਚੀਜ਼ ਸਹੀ ਰਹੀ ਹੈ ਜਿਹੜੀ ਕਿ ਮੈਨੂੰ ਭਾਉਂਦੀ ਹੈ ਕਿ ਤੂੰ ਸੱਚ ਤੇ ਪਹਿਰਾ ਦਿੱਤਾ। ਇਸ ਤੋਂ ਵੱਡੀ ਕ੍ਰੈਡੀਬਿਲਿਟੀ ਧਰਤੀ ਤੇ ਕੋਈ ਨਹੀਂ। ਤੇ ਜਿੱਦਣ ਮੈਂ ਫਿਸਲਾਣਾ ਤੇ ਮੈਨੂੰ ਵੀ ਠੋਕਦੀ, ਕਿਉਂਕਿ ਇਹ ਇਲੈਕਸ਼ਨ ਪੰਜਾਬ ਦਾ ਅਗਲੇ ਇਲੈਕਸ਼ਨ ਲਈ ਨਹੀਂ, ਅਗਲੀ ਪੀੜ੍ਹੀ ਦੇ ਲਈ, ਜਨਰੇਸ਼ਨ ਨੈਕਸਟ ਦੇ ਲਈ ਲੜਿਆ ਜਾ ਰਿਹਾ। ਔਰ ਜਿਹੜਾ ਬੰਦਾ ਆਪਣੇ ਵਿਰਸੇ ਦੇ ਲਈ ਲੜ ਰਿਹਾ ਹੋਵੇ, ਆਪਣੀ ਹੋਂਦ ਐਗਜ਼ਿਸਟੈਂਸ, ਦਿਸ ਇਜ਼ ਅ ਬੈਟਲ ਆਫ ਆਰ ਐਗਜ਼ਿਸਟੈਂਸ ਕਿ ਅਸੀਂ ਰਵਾਂਗੇ ਜਾਂ ਨਹੀਂ। ਇਹ ਬਹੁਤ ਵੱਡਾ ਸਵਾਲ ਹੈ ਕਿ ਭਾਈ ਅਗਰ ਕੋਈ ਚੰਗਾ ਬੰਦਾ ਪੰਜਾਬ ਨੂੰ ਸਾਂਭਣ ਲਈ ਨਾ ਆਇਆ, ਬਿਲਕੁਲ ਅਗਰ ਨੀਤੀਆਂ ਯੋਜਨਾਵਾਂ ਨੀਤੀ ਸ਼ਾਸਤਰ ਦੇ ਨਾਲ ਅਸੀਂ ਪੰਜਾਬ ਨਾ ਸਾਂਭਿਆ ਔਰ ਇਮਾਨਦਾਰੀ ਮੋਰਲ ਅਥਾਰਟੀ ਨਾ ਆਈ, ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਬਿਲਕੁਲ। ਇੱਕ, ਨੌਜਵਾਨ ਪਲਾਇਨ ਕਰਨਗੇ। 2, ਪੰਜਾਬੀ ਭੀਖ ਨਹੀਂ ਮੰਗਦਾ, ਪੰਜਾਬੀ ਆਪਣੇ ਹੱਕ ਲੈਣ ਜਾਣਦਾ। ਬਿਲਕੁਲ। ਸ਼ੀਸ਼ੇ ਤੋੜ ਕੇ ਲੋਕ ਘਰਾਂ 'ਚ ਵੜਨਗੇ। ਯਾਦ ਰੱਖੀ, ਪੰਜਾਬੀਆਂ ਨੇ ਦਿਖਾਤਾ ਕਿ ਨਹੀਂ? ਬਿਲਕੁਲ। ਦਿੱਲੀ ਦੀਆਂ ਬਰੂਹਾਂ ਦੇ ਉੱਤੇ। ਬਿਲਕੁਲ। ਵੀ ਪੰਜਾਬੀ ਝੁਕਦਾ ਨਹੀਂ, ਦਬਦਾ ਨਹੀਂ ਤੇ ਰੁਕਦਾ ਨਹੀਂ। ਪਿਆਰ ਨਾਲ ਜਾਨ ਮੰਗੋ,
ਤੇ ਹਥੇਲੀ ਤੇ ਰੱਖ ਦਿਓ। ਬਿਲਕੁਲ। ਲੇਕਿਨ ਤੁਸੀਂ ਜ਼ੁਲਮ ਕਰੋਗੇ ਤੇ ਉਹ ਜ਼ੁਲਮ ਦੀ ਮੁਖਾਲਫਤ ਕਰੇਗਾ। ਸਮਝਿਆ ਨਹੀਂ? ਸਾਰਾ ਦੇਸ਼ ਜੋੜਿਆ ਪੰਜਾਬੀਆਂ ਨੇ। ਇਸ ਕਰਕੇ ਅਸੀਂ ਉਸ ਫਾਈਨੈਂਸ਼ੀਅਲ ਐਮਰਜੈਂਸੀ ਦੇ ਕਗਾਰ ਤੇ ਖੜੇ ਹਾਂ ਬੇਟਾ। ਬਿਲਕੁਲ। ਜਿੱਥੇ ਪੈਸੇ ਨਿੱਜੀ ਜੇਬਾਂ 'ਚ, ਨਿੱਜੀ ਮਫਾਦ, ਨਿੱਜੀ ਸਵਾਰਥਾਂ ਨੂੰ ਜਾ ਰਹੇ ਆ ਤੇ ਅਸੀਂ ਕਰਜ਼ੇ ਲੈ ਕੇ ਕਰਜ਼ੇ ਮੋੜ ਰਹੇ ਹਾਂ। ਔਰ ਸਟੇਟ ਦਾ ਖਜ਼ਾਨਾ ਜਿੱਦਾਂ ਪਾਣੀ ਦੇ ਮਸ਼ਕ ਦੇ ਵਿੱਚ ਥੱਲੇ 35-40 ਗਲੀਆਂ ਹੋਣ ਤੇ ਜਿੰਨਾ ਮਰਜ਼ੀ ਪਾਈ ਜਾਓ ਉਹ ਗਲੀਆਂ 'ਚੋਂ ਪਾਣੀ ਬਹਿ ਨਿਕਲਦਾ। ਬਿਲਕੁਲ। ਇਹ ਗਲੀਆਂ ਸੀਣੀਆਂ ਪੈਣਗੀਆਂ, ਮਸ਼ਕ ਨਵਾਂ ਬਣਾਉਣਾ ਪਊ, ਸਿਸਟਮ ਢਾਉਣਾ ਪਊ, ਗਵਰਨੈਂਸ ਰਿਫਾਰਮਸ ਕਰਨੇ ਪੈਣਗੇ ਤੇ ਇੱਕ ਨਵਾਂ ਪੰਜਾਬ ਨਵੀਂ ਸੋਚ ਦੇ ਨਾਲ ਸਿਰਜਣਾ ਪਊਗਾ ਬੇਟਾ। ਮੈਂ ਉਹੀ ਚਾਹੁੰਦਾ ਕਿ ਥੋੜਾ ਜਿਹਾ ਤੁਸੀਂ ਆਪਣੇ ਪੰਜਾਬ ਤੇ ਫਿਰ ਆਪਾਂ ਅਗਲੀ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਬਾਰੇ ਗੱਲਬਾਤ ਕਰੀਏ। ਵੇਖੋ, ਸਭ ਤੋਂ ਵੱਡੀ ਚੀਜ਼ ਹੈ ਲਾਅ ਐਂਡ ਆਰਡਰ ਦੇ ਮਸਲੇ ਛੱਡ ਕੇ ਸਭ ਤੋਂ ਬੜੀ ਪ੍ਰੋਬਲਮ ਇਨਕਮ। ਬਿਲਕੁਲ। ਅਗਰ ਤੁਸੀਂ ਇਸ ਮਾਫੀਏ ਨੂੰ ਪੰਜਾਬ ਦੇ ਨਕਸ਼ੇ ਤੋਂ ਮਿਟਾ ਦਿਓਗੇ ਤੇ ਘੱਟ ਤੋਂ ਘੱਟ ਨਹੀਂ 2 ਤੋਂ 4000 ਕਰੋੜ ਰੁਪਈਆ ਰੇਤੇ ਤੋਂ ਔਰ ਸਸਤਾ ਰੇਤਾ ਬੰਦੇ ਨੂੰ ਮਿਲੂਗਾ। 1000 ਰੁਪਏ ਟਰਾਲੀ। ਬਿਲਕੁਲ। 1200 ਟਰਾਲੀ ਅੱਜ ਮਿਲਦਾ 5000 ਟਰਾਲੀ, 3000 ਟਰਾਲੀ, 2500 ਟਰਾਲੀ, ਕਈ ਵਾਰ 10000 ਵੀ ਜਾਂਦੀ। ਜਦੋਂ ਉਹ ਸਸਤਾ ਮਿਲੂਗਾ ਤੇ ਇੱਕੋ ਦਮ ਕੰਸਟਰਕਸ਼ਨ ਵੱਧ ਜੂਗੀ, ਗਰੀਬ ਆਦਮੀ ਮਕਾਨ ਪਾਉਣ ਲੱਗ ਜੂ। ਬਿਲਕੁਲ। ਸਮਝਿਆ ਨਹੀਂ? ਵੋਲਿਊਮ ਵੱਧ ਜਾਏਗਾ। ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਰਿਸੈਸ਼ਨ ਚੋਂ ਕੱਢਤਾ ਸੀ ਅਮਰੀਕਾ ਸੜਕਾਂ ਪਾ ਕੇ। ਬਿਲਕੁਲ। ਸੜਕਾਂ ਵੀ ਪੈਣਗੀਆਂ, ਬਿਲਡਿੰਗਾਂ ਵੀ ਪੈਣਗੀਆਂ, ਗਰੀਬ ਵੀ ਪਾਉਣਗੇ ਤੇ ਇੱਕੋਦਮ ਇਕਨੋਮੀ ਨੂੰ ਇੱਕ ਹਲਾਰਾ ਮਿਲੇਗਾ। ਨੰਬਰ 1। ਨੰਬਰ 2, ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਲੇਕਿਨ ਸ਼ਰਾਬ ਚੋਂ 25 ਤੋਂ 30,000 ਕਰੋੜ ਰੁਪਈਆ ਪੰਜਾਬ 'ਚ ਕੱਢ ਸਕਦਾ। ਸੁਖਣਾ ਲੇਕ ਜਿੰਨੀ ਦਾਰੂ ਪੀ ਜਾਂਦੇ ਪੰਜਾਬੀ। ਠੀਕ ਹੈ ਨਹੀਂ? ਬਿਲਕੁਲ। ਖਪਤ ਤਾਮਿਲਨਾਡੂ ਤੋਂ ਦੁੱਗਣੀ। ਇਸ ਗੱਲ ਨੂੰ ਸਮਝਣਾ ਚਾਹੀਦਾ ਬੇਟਾ ਕਿ GST ਦੇ ਪਰਵਿਊ ਤੋਂ ਬਾਹਰ ਅਗਰ ਕੋਈ ਚੀਜ਼ ਹੈ ਤੇ ਰੇਤਾ ਤੇ ਸ਼ਰਾਬ ਹੈ। ਬਿਲਕੁਲ। ਇਹਦਾ ਮਤਲਬ ਉਹਨਾਂ ਨੇ ਤੁਹਾਨੂੰ ਇਸ ਸਟੇਟ ਦੇ ਰਿਸੋਰਸ ਨੂੰ ਚਲਾਉਣ ਦੇ ਲਈ ਪੈਟਰੋਲ ਡੀਜ਼ਲ ਆਪ ਰੱਖ ਲਿਆ ਤੇ ਇਹ ਤੁਹਾਨੂੰ ਦਿੱਤਾ ਵੀ ਭਾਈ ਸਟੇਟ ਵਾਲੇ ਇੱਥੋਂ ਪੈਸੇ ਕੱਢ ਲੈਣ। ਬਿਲਕੁਲ। ਤੇ ਜੇ ਉਹ ਇੱਥੋਂ ਪੈਸੇ ਕੱਢਣ ਲਈ ਔਰ ਸਟੇਟ ਚਲਾਉਣ ਲਈ ਦਿੱਤਾ ਹੈ ਤੇ ਤੁਸੀਂ ਉਹ ਆਪਦੀਆਂ ਜੇਬਾਂ 'ਚ ਪਾਈ ਜਾਓ ਤੇ ਆਪਦੀਆਂ ਡਿਸਟਿਲਰੀਆਂ ਚਲਾਈ ਜਾਓ ਤੇ 200 ਦੀ ਦਾਰੂ ਦੀ ਬੋਤਲ ਤੁਸੀਂ 2000 ਦੀ ਵੇਚੋ। ਸਮਝਿਆ ਕਿ ਨਹੀਂ? ਔਰ ਤੁਸੀਂ ਹੂਚ ਟ੍ਰੈਜਡੀਆਂ ਕਰੀ ਜਾਓ ਔਰ ਤੁਸੀਂ ਮਾਰ ਦੁਨੀਆ ਦੇ ਵਿੱਚ 300 ਬੰਦਿਆਂ ਦਾ ਕਤਲ ਕਰੋ। ਤੇ ਫਿਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਸਾਰਾ ਬਦਲਣਾ ਚਾਹੀਦਾ। ਬਿਲਕੁਲ ਬਦਲ। ਇਹ L1 ਦੇ ਲਾਇਸੈਂਸ ਹੀ ਦੇਖਣੇ ਹੋਣ ਬੇਟਾ ਤੇ ਦੇਖ ਲੈ ਕਿ ਠੇਕੇਦਾਰਾਂ ਦੇ ਮਗਰ ਕੌਣ ਖੜਾ ਹੈ। ਬਿਲਕੁਲ। ਕੌਣ ਖੜਾ ਹੈ? ਉਹ 15,000 ਕਰੋੜ ਰੁਪਈਆ ਜਿਹੜੇ L1 ਦੇ ਲਾਇਸੈਂਸ ਨੇ ਉਹਨਾਂ ਨੂੰ ਚਲਾਉਣ ਦਾ ਕਿਹਦਾ ਜੁਮਾ ਹੈ? ਇਹ ਜਿਹੜੇ ਨਿੱਜੀ ਮਫਾਦ ਨੇ ਵੱਡੇ ਵੱਡੇ ਬੰਦਿਆਂ ਕੋਲ, ਇਹਨਾਂ ਪੈਸਿਆਂ ਦੇ ਨਾਲ ਕਤਾਰ 'ਚ ਅਖੀਰ ਦੇ ਵਿੱਚ ਖੜੋਤਾ ਗਰੀਬ ਉਹਦਾ ਭਲਾ ਹੋਣਾ ਚਾਹੀਦਾ ਹੈ। ਜਿਹੜੇ ਵਾਕਈ ਦਬੇ ਕੁਚਲੇ ਦਲਿਤ ਵਰਗ ਤੋਂ ਲੈ ਕੇ ਬਿਲਕੁਲ ਪਛੜੇ ਲੋਕ ਨੇ, ਬਾਰਡਰਾਂ ਤੇ ਬੈਠੇ ਆ, ਜਿਨ੍ਹਾਂ ਦੀ ਆਮਦਨ ਰੋਜ਼ ਦੀ 500 ਵੀ ਨਹੀਂ ਹੁੰਦੀ, ਇਹ ਸ਼ਰਾਬ ਵਾਲੇ 30,000 ਕਰੋੜ ਰੁਪਈਏ 60,000 ਕਰੋੜ ਬਣ ਕੇ ਉਹਨਾਂ ਦੀ ਮਦਦ ਕਰ ਸਕਦੇ ਆ। ਬਿਲਕੁਲ। ਸਮਝਦਾ? ਇਸੇ ਤਰ੍ਹਾਂ ਕੇਬਲ ਹੈ। ਕੇਬਲ 'ਚ ਮੋਨੋਪੋਲੀ ਇੱਕ ਬੰਦਾ, ਸਾਰੇ ਜਿੰਨੇ ਥੱਲੇ ਕੇਬਲ ਆਪਰੇਟਰ ਨੇ ਉਹਨਾਂ ਤੇ ਆਪਣਾ ਵਰਚਸਵ ਕਾਇਮ ਕਰੀ ਬੈਠਾ ਹੈ। ਉਹਨਾਂ ਨਾਲ ਸੜੇ ਹੋਏ ਕੰਟਰੈਕਟ ਸਾਈਨ ਕਰੀ ਬੈਠਾ ਹੈ। ਉਹਨਾਂ ਨੂੰ ਬੰਧੂਆ ਮਜ਼ਦੂਰ ਬਣਾਈ ਬੈਠਾ ਹੈ। ਬਿਲਕੁਲ। ਉਹਦੀ ਮੋਨੋਪੋਲੀ ਭੰਨੋ। 7-8 MSO ਲਿਆਓ, ਤੇਰੇ ਵਰੇ ਮੁੰਡੇ ਇਮਾਨਦਾਰ ਮੁੰਡੇ 7-8 MSO ਲਿਆਓ। ਕੰਪੀਟੀਸ਼ਨ ਹੋਊ ਕੇਬਲ 420 ਤੋਂ 200 ਤੇ ਆ। ਬਿਲਕੁਲ ਬਿਲਕੁਲ। ਉਹ ਕਹਿੰਦਾ 10 ਲੱਖ ਟੀਵੀ ਨੇ, ਮੈਂ ਕਹਿੰਦਾ 2 ਕਰੋੜ ਟੀਵੀ ਨੇ। ਜਿਸ 2 ਕਰੋੜ ਟੀਵੀ ਨੇ 30-40 ਵੀ ਲਓ ਕਿਸੇ ਤੋਂ 500 ਕਰੋੜ ਰੁਪਏ ਮਹੀਨੇ ਦਾ। ਬਿਲਕੁਲ। ਸਮਝਦਾ ਮੇਰੀ ਗੱਲ? ਬਿਲਕੁਲ ਬਿਲਕੁਲ। ਹੁਣ ਇਦੋਂ ਅੱਗੇ ਆ ਭਾਈ ਸੈਟੇਲਾਈਟ ਦੇ ਪੈਸੇ, ਵੱਡੇ ਚੈਨਲ ਸੈਟੇਲਾਈਟ ਨੂੰ ਇਸਤੇਮਾਲ ਕਰਦੇ ਆ ਔਰ ਉਹ ਸੈਟੇਲਾਈਟ ਦੇ ਪੈਸੇ ਉਹ ਸੈਂਟਰ ਦੀ ਸਰਕਾਰ ਨੂੰ ਦਿੰਦੇ। ਠੀਕ ਹੈ? ਬਿਲਕੁਲ। ਤੇ ਭਾਈ ਸਾਡੀਆਂ ਸੜਕਾਂ ਪੱਟੀਆਂ ਪਈਆਂ, ਕੀ ਇੱਧਰ ਨੂੰ ਕੇਬਲ, ਇੱਧਰੋਂ ਸਾਰੀਆਂ ਪਾਈਪਾਂ ਤੋੜੀਆਂ, ਕੀ ਇੱਧਰੋਂ ਕੇਬਲ, ਪਾਈਪਾਂ ਤੋਂ ਦੀ ਕੇਬਲ। ਇਹਦੇ ਕੈਰੇਜ ਫੀਸ ਤੁਹਾਡੇ ਪਿਓ ਦੇਣਗੇ। ਇਹ ਕੈਰੇਜ ਫੀਸ ਮਿਲੇਗੀ ਨਾਲ ਘੱਟ ਤੋਂ ਘੱਟ ਨਹੀਂ
ਇਹਦੀ ਕੈਰੇਜ ਫੀਸ 3 ਤੋਂ 5,000 ਕਰੋੜ ਰੁਪਏ ਦੀ ਗੇਮ ਹੈ। 5 ਤੇ ਗਿਆ ਹੀ ਕਿਤੇ ਨਹੀਂ। ਬਿਲਕੁਲ। ਨਾਲੇ ਇਹਦੇ ਹੱਥ ਪਾਵਾਂਗੇ ਜਦੋਂ ਕਰੋੜਾਂ ਰੁਪਇਆਂ ਦਾ ਸਰਵਿਸ ਟੈਕਸ ਇਨਕਲੂਡ ਹੈ। ਬਿਲਕੁਲ। ਤੇ ਇਹਨੂੰ ਭਜਾਉਣਾ ਪੈਣਾ। ਮੈਂ ਠੋਕ ਕੇ ਕਹਿਣਾ ਕਿ ਦਲਾਲ ਹੈ ਇਹ ਸੁਖਬੀਰ ਬਾਦਲ ਦਾ। ਉਦੋਂ ਅੱਗੇ ਆ ਬੱਸਾਂ ਦਾ ਠੇਕਾ ਸਿਰਫ ਬਾਦਲਾਂ ਨੇ ਲੈ ਲਿਆ। 3,000 ਪਰਮਿਟ ਤੇ 8,000 ਬੱਸਾਂ ਚੱਲਣ, ਨੌਜਵਾਨਾਂ ਦੀਆਂ ਕਿਉਂ ਨਾ ਚੱਲਣ ਭਾਈ? ਬੱਸਾਂ ਦੇ ਵਿੱਚ ਤਾਂ ਮੈਨੂੰ ਤੁਹਾਡੀ ਗੱਲ ਚੇਤੇ ਆ, ਤੁਸੀਂ ਕਹਿ ਰਹੇ ਸੀਗੇ ਕਿ ਮੈਂ ਤੇਰੇ ਤੇ ਦਾਅ ਲਾਇਆ ਜਾਂ ਤੇਰੇ ਤੇ ਇਨਵੈਸਟਮੈਂਟ ਕੀਤੀ ਆ ਰਾਜਾ ਵੜਿੰਗ ਨੂੰ, ਤੁਸੀਂ ਕਹਿ ਰਹੇ ਸੀ ਕਿ ਮੈਂ ਸੂਦ ਸਮੇਤ ਵਾਪਸ ਲੈਣੀ। ਉਹ ਉਹਦੀ ਨਜ਼ਰ ਵੀ ਆਈ। ਵੇਖੋ ਉਹ ਮੁੰਡੇ ਨੇ ਮਿਹਨਤ ਕੀਤੀ, ਚੰਗਾ ਕੰਮ ਕੀਤਾ, ਲੇਕਿਨ ਪਾਲਿਸੀ ਨਹੀਂ ਚੇਂਜ ਹੋਈ। ਇਹ ਨੱਥ ਪਊਗੀ ਜਿੱਦਣ ਨੀਤੀ ਤੁਸੀਂ ਚੇਂਜ ਕਰੋਗੇ। ਬਿਲਕੁਲ। ਜਿੱਦਣ 25-25 ਕਿਲੋਮੀਟਰ ਦੇ 20-20 ਕਿਲੋਮੀਟਰ ਦੇ ਤੁਸੀਂ ਪਰਮਿਟ ਨੌਜਵਾਨਾਂ ਨੂੰ ਦਿਓਗੇ, ਕਿਉਂਕਿ ਇੱਕ ਬੱਸ ਚਲਾਉਣ ਲਈ 12-14 ਬੰਦੇ ਚਾਹੀਦੇ ਆਪਾਂ ਨੂੰ ਬੇਟਾ। ਤੁਸੀਂ ਸਮਝਦਾ ਮੇਰੀ ਗੱਲ? ਇਹਦੇ ਨਾਲ ਨਾਲ ਜ਼ਮੀਨਾਂ ਦੱਬੀਆਂ ਪਈਆਂ ਨੇ। 2 ਚੀਫ ਮਿਨਿਸਟਰਾਂ ਦੀਆਂ 500 ਏਕੜ ਜ਼ਮੀਨ ਦੱਬੀ ਪਈ ਹੈ। ਇੱਥੇ ਮੋਹਾਲੀ ਦੇ ਵਿੱਚ ਹੀ 1.5 ਲੱਖ ਕਰੋੜ ਦੀ ਹੈ। ਅੱਛਾ। ਮੈਂ ਕਹਿੰਦਾ ਜੇ ਗਊਚਰਾਨ ਜ਼ਮੀਨ ਹੀ ਛਡਾ ਲਈਏ ਨਾ, ਜਿਹੜੀਆਂ ਗਊਆਂ ਦੇ ਚਰਨ ਵਾਸਤੇ, ਤੇ ਮਤਲਬ ਘੋੜੇ ਇਹੋ ਜਿਹੇ ਜਾਨਵਰ ਜਿਹੜੇ ਲੰਗੜੇ ਲੰਗੜੇ ਹੋ ਜਾਂਦੇ ਸੀ, ਉਹਨਾਂ ਨੂੰ ਛੱਡੀ, ਦੇਖਿਆ ਨਹੀਂ ਤਾਂ ਫਿਰਦੇ ਹੁੰਦੇ ਸੀ ਗਊਆਂ। ਬਿਲਕੁਲ ਬਿਲਕੁਲ। ਉਹ ਸਾਰੀਆਂ ਦੱਬੀ ਬੈਠੇ ਨੇ। 200 ਏਕੜ ਦੇ ਫਾਰਮ ਬਣਾਈ ਬੈਠੇ ਨੇ ਲੋਕ। ਜੇ ਉਹੀ ਛਡਾ ਲਓ, ਤੁਸੀਂ 5% ਜ਼ਮੀਨ ਛਡਾ ਲਓ, ਤੇ ਪੰਜਾਬ ਦਾ ਅਗਲਾ 25 ਸਾਲਾਂ ਦਾ ਬਜਟ ਉੱਥੋਂ ਨਿਕਲਿਆ। ਔਰ ਤੁਸੀਂ 5-5 ਮਰਲਿਆਂ ਦੇ ਪਲਾਟ ਗਰੀਬਾਂ ਨੂੰ ਦੇ ਸਕਦੇ। ਸਮਝਦਾ? ਬਿਲਕੁਲ। ਇਹ 30-32 ਹਜ਼ਾਰ ਕਰੋੜ ਰੁਪਈਆ, 1,500 ਟਰਾਂਸਪੋਰਟ ਚੋਂ, ਔਰ ਟੈਕਸਾਂ ਦੀ ਕੰਪਲਾਇੰਸ ਦਾ 17-18 ਹਜ਼ਾਰ ਕਰੋੜ ਰੁਪਈਆ। ਜਦੋਂ ਤੁਸੀਂ 60-40 ਦੀ ਸਕੀਮ ਚ ਪਾਓਗੇ ਤੇ ਉਹ ਡਬਲ ਨਹੀਂ ਹੁੰਦਾ, ਉਹ 2.25 ਗੁਣਾ ਹੋ ਕੇ ਨਿਕਲਦਾ ਬਾਹਰ। ਬਿਲਕੁਲ। ਤੁਸੀਂ 40 ਕਰੋੜ ਦਿਓ, 60 ਆਉਂਦਾ। ਹੁਣ ਦੱਸ ਕਿਹੜਾ ਕਮਲਾ 40 ਕਰੋੜ ਦੇ 60 ਨਹੀਂ ਕਰੂਗਾ? ਬਿਲਕੁਲ। ਤੇ 40 ਲੈ ਕੇ ਤੇ 40 ਦੇ ਉੱਤੇ ਕਰਜ਼ਾ ਮੋੜੂਗਾ। ਬਿਲਕੁਲ। ਮੈਂ ਨਾ ਲਾਨਤ ਹੈ। ਭੁੱਖਾ ਰਾਜਦਾ, ਭੁੱਖਣ ਨਹੀਂ ਰਾਜਦਾ। ਇੰਨੀ ਭੁੱਖ, ਇੰਨੀ ਭੁੱਖ ਵੀ ਤੁਸੀਂ ਚਿੱਟਾ ਵੇਚਣ ਤੇ ਆ ਗਏ ਹੈ। ਬਿਲਕੁਲ। ਮਤਲਬ ਕਿਰਪਾਨਾਂ ਲੈ ਕੇ ਤੁਸੀਂ ਲੋਕਾਂ ਦੀਆਂ ਬੱਸਾਂ ਖੋਣ ਤੇ ਆ ਗਏ। ਹਾਂ, ਹੋਰ ਚੋਣ ਜਾਬਤਾ ਲੱਗਣ ਸਵਾਏ ਧੰਦੇ ਦੇ ਰਾਜਨੀਤੀ ਨੂੰ ਸੋਚਦਾ ਹੀ ਕੁਛ ਨਹੀਂ। ਜਾਂ ਚੁਟਕਲੇ ਸੁਣਾਤੇ, ਜਾਂ ਮੁੱਦਿਆਂ ਤੋਂ ਘੁਮਾਤੇ, ਜਾਂ ਭਰਮਾਤੇ। ਮੈਂ ਘੜੀਸ ਬੰਦਿਆਂ ਨੂੰ ਮੁੱਦਿਆਂ ਤੇ ਲਿਆਉਣਾ। ਬਿਲਕੁਲ। ਸਭ ਤੋਂ ਵੱਡੀ ਗੱਲ ਹੈ, ਇਹ ਹਰੇਕ ਬੰਦਾ ਕਹਿ ਲੂ ਵੀ ਜੀ ਖਜ਼ਾਨਾ ਖਾਲੀ ਪਿਆ, ਹਰੇਕ ਬੰਦਾ ਰੋ ਲੂ, ਰੋਤੜੂ ਬੱਚੇ ਬੜੇ ਨੇ, ਲੇਕਿਨ ਹੱਲ ਨਹੀਂ ਕੋਈ ਦੱਸਦਾ। ਬਿਲਕੁਲ। ਦੇਖੋ ਬੇਟਾ, ਸਮੱਸਿਆਵਾਂ ਦੱਸਣੀਆਂ ਨੈਗੇਟਿਵ ਸੋਚ ਹੈ, ਲੇਕਿਨ ਸਮੱਸਿਆ ਦੇ ਸਮਾਧਾਨ ਦੱਸਣੇ। ਸਮਾਧਾਨ ਬਿਲਕੁਲ। ਗੁੱਥੀਆਂ ਸੁਲਝਾਣੀਆਂ, ਨਾ ਕਿ ਉਲਝਾਣੀਆਂ। ਔਰ ਲੋਕਾਂ ਨੂੰ ਝੂਠ ਵੇਚ ਕੇ, ਸੁਪਨੇ ਵੇਚ ਕੇ ਭਰਮਾਉਣਾ। ਇਹ ਫ੍ਰੀ ਵੀਜ਼ਾ ਫ੍ਰੀ ਮਿਲੂ ਤੁਹਾਨੂੰ, ਆਹ ਫ੍ਰੀ ਮਿਲੂ, ਉਹ ਫ੍ਰੀ 2 ਮਹੀਨੇ ਤੇ ਮਿਲ ਜਾਂਦਾ। ਬਿਲਕੁਲ। ਉਹ 5 ਸਾਲ ਨਹੀਂ ਨਾ ਮਿਲਦਾ, ਨਹੀਂ ਤੇ 6 ਸਾਲ ਫਿਰ ਪੇ ਕਮਿਸ਼ਨ ਮਿਲਦਾ। ਆਖਰੀ 2 ਮਹੀਨੇ ਕਿਉਂ ਮਿਲਦਾ? ਫਿਰ EMPLOYE ਤੁਹਾਨੂੰ ਵੋਟਾਂ ਪਾਉਂਦੇ। ਤੁਸੀਂ 2-3 ਹਜ਼ਾਰ ਕਰੋੜ ਰੁਪਏ ਪਿੱਛੇ ਅੱਜ EMPLOYE ਨਾਰਾਜ਼ ਕਰੀ ਬੈਠੇ ਹੋ। ਬਿਲਕੁਲ। ਮੈਂ ਉਹਨਾਂ ਦੇ ਪਿੱਛ ਖੜ ਕੇ ਗੱਲ ਕਰਦਾ ਸੀ। ਕਈ ਧੀਆਂ ਭੈਣਾਂ, ਮੈਨੂੰ ਦੁੱਖ ਹੁੰਦਾ, ਮੈਂ ਕਈ ਵਾਰ ਰਾਤ ਨੂੰ ਅੱਖਾਂ 'ਚ ਅੱਥਰੂ ਆ ਜਾਂਦੇ ਸੀ। ਉਹ ਰਾਤ ਨੂੰ ਮੇਰੇ ਘਰ ਦੇ ਬਾਹਰ ਤੰਬੂ ਲਾਈ ਬੈਠੇ ਹੁੰਦੇ। ਬਿਲਕੁਲ। ਮੈਂ ਸੋਨੀ ਸਾਹਿਬ ਕੋਲ ਲੈ ਕੇ ਗਿਆ ਉਹਨਾਂ ਨੂੰ, ਸਮਝ ਨਹੀਂ? ਬਿਲਕੁਲ। ਮੈਂ ਉਹਨਾਂ ਦੇ ਵਿੱਚ ਖੜ ਕੇ ਕਹਿੰਦਾ ਸੀ ਵੀ ਭਾਈ ਜੇ 1000 ਕਰੋੜ ਸਰਪਲਸ ਪੰਜਾਬ ਦੇ ਕੋਲ ਹੋਵੇ ਅੱਜ, ਇਹ ਉਹ ਸੂਬਾ ਜਿਹਨੇ ਗ੍ਰੀਨ ਰੈਵੋਲੂਸ਼ਨ ਦਿੱਤੀ, ਸ਼ੀਲਡ ਆਫ ਪੰਜਾਬ। ਬਿਲਕੁਲ। ਦੇਖੋ ਨਾ, ਸ਼ੀਲਡ ਆਫ ਪੰਜਾਬ ਦਾ ਮਤਲਬ ਇਹ ਹੈ ਕਿ ਇਹ ਸਾਰੀ ਦੁਨੀਆ ਨੂੰ, ਜਿੰਨੇ ਵੀ ਇਨਵੇਡਰ ਆਏ, ਸਾਨੂੰ ਪ੍ਰੋਟੈਕਟ ਕਰਦੀ ਰਹੀ। ਬਿਲਕੁਲ ਹੈ। ਬਿਲਕੁਲ। ਤੇ ਇਹ ਜਿਹਨੇ ਸਭ ਤੋਂ ਵੱਧ ਪਰਮਵੀਰ ਚੱਕਰ ਜਿੱਤੇ, 2% ਲੋਕਾਂ ਨੇ 60% ਗਰੀਬਾਂ ਦਾ ਅਨਾਜ ਦੇ ਕੇ ਢਿੱਡ ਭਰਿਆ। ਤੂੰ ਮੈਨੂੰ ਦੱਸ ਕਿ ਉਹ ਡਿਜ਼ਰਵ ਕਰਦੇ ਨਹੀਂ ਇਹ ਸਾਰਾ ਕੁਛ ਹੈ? ਬਿਲਕੁਲ। ਇਹ ਸੂਬੇ ਨੂੰ ਠੂਠਾ ਦੇ ਕੇ ਇਹ ਸੈਂਟਰ ਗੌਰਮੈਂਟ ਦਾ ਮੁਹਤਾਜ ਬਣਾਉਣਾ, ਇਹ ਬਣਨਾ ਨਹੀਂ। ਇਹ ਕਿਸਾਨਾਂ ਨੇ ਦਿਖਾਤਾ। ਬਿਲਕੁਲ। ਇਹ ਨਹੀਂ ਬਣਨਗੇ। ਪੰਜਾਬੀ ਅਣਖੀ ਲੋਕ ਨੇ ਮੱਸੇ ਰੰਗੜ ਤੋਂ ਨਹੀਂ ਦਵੇ, ਧੌਣ ਲਾਤੀ ਸੀ। ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਦਵੇ। ਬਿਲਕੁਲ। ਸਮਝਦਾ? ਬਿਲਕੁਲ। ਇਸ ਕਰਕੇ ਸਾਡੀ ਇੱਕ ਹਿਸਟਰੀ ਹੈ, ਸਾਡਾ ਇੱਕ ਉਹ ਹੈ। ਇਹ ਜਦੋਂ ਇਹਦੇ ਚੋਂ ਨਿਕਲੇ, ਫਿਰ ਗਵਰਨੈਂਸ ਰਿਫਾਰਮਸ ਤੇ ਆਈਏ। ਦੇਖੋ ਬੇਟਾ, ਅਸੀਂ ਜਿਹੜਾ ਆਪਣਾ ਦਿਲ ਹੈ ਜਾਂ ਮਨ ਹੈ, ਉਹਨੂੰ ਆਊਟਸੋਰਸ ਕਰਤਾ।
ਵੱਡੀਆਂ ਵੱਡੀਆਂ ਕੰਪਨੀਆਂ ਅੱਜ ਸਾਡੇ ਲਈ ਕਾਨੂੰਨ ਬਣਾ ਰਹੀਆਂ ਨੇ। ਮੈਂ ਕਹਿੰਦਾ ਫਿੱਟ ਲਾਨਤ ਹੈ ਕਿ ਭਾਈ ਜਿਹੜੇ ਕਾਨੂੰਨ ਬਣਾਉਣ ਵਾਲੇ MLA ਹੈ ਜਾਂ MP ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਕੋਈ ਵੱਡੀ ਕੰਪਨੀ ਕਾਨੂੰਨ ਬਣਾ ਕੇ ਦਿੰਦੀ, ਤੁਸੀਂ ਪੜ੍ਹਦੇ ਵੀ ਨਹੀਂ ਤੇ ਪਾਸ ਕਰ ਦਿੰਦੇ ਹੋ। ਜਿੱਥੇ ਵਿਧਾਨ ਸਭਾ 100 ਦਿਨ ਲੱਗਣੀ ਚਾਹੀਦੀ ਹੈ, ਉੱਥੇ ਵਿਧਾਨ ਸਭਾ 15 ਦਿਨ ਲੱਗਦੀ ਹੈ। ਇੱਕ ਦਿਨ ਉਹ ਵਿਚਰੀਆਂ ਚ ਲੰਘ ਜਾਂਦਾ, ਦੂਜੇ ਦਿਨ ਚੀਫ ਮਿਨਿਸਟਰ ਦਾ ਇੱਕ ਭਾਸ਼ਣ ਜਿਹਾ ਦਿਖਾ ਦਿੰਦੇ, ਉਧਰ ਲਾਈਵ ਘਟਦੀ ਹੋ ਜਾ ਰਹੀ ਹੈ, ਉਹ ਲਾਈਵ ਹੀ ਨਹੀਂ ਚਲਾਉਂਦੇ। ਬਿਲਕੁਲ ਭਾਈ ਇਹ ਤੁਹਾਡਾ ਅਸਲੀ ਇਖਤਿਆਰ ਹੈ, ਪਤਾ ਤਾਂ ਲੱਗੇ ਸਾਡਾ ਨੁਮਾਇੰਦਾ ਬੋਲਦਾ ਕੀ ਹੈ। ਕਾਨੂੰਨ ਬੋਲਣ ਨਾਲੋਂ ਕਾਨੂੰਨ ਬਣਾਉਣ ਲਈ ਰੱਖੇ ਹੋ ਕਿ ਤੁਸੀਂ ਕਾਨੂੰਨ ਬਣਾ ਕੇ, ਨੀਤੀਆਂ ਬਣਾ ਕੇ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਕਰੋ। ਮੈਨੂੰ ਤੁਹਾਡੀ 75-25 ਵਾਲੀ ਗੱਲ ਚੇਤੇ ਆ ਗਈ। ਲਾਈਵ ਚੱਲ ਰਿਹਾ ਸੀਗਾ ਥੋੜੇ ਦਿਨ ਪਹਿਲਾਂ, ਉੱਥੇ ਸਾਰੇ ਰਲੇ ਮਿਲੇ ਆਪਸ ਦੇ ਵਿੱਚ ਗੱਲਾਂ ਮਾਰੀ ਜਾਂਦੇ ਸੀ। ਖੜੇ ਵਿਧਾਇਕ, ਇੱਕ ਵਿਧਾਇਕਾ ਮੁੱਖ ਮੰਤਰੀ ਸਾਹਿਬ ਤੋਂ ਜਾ ਕੇ ਗੱਡੀ ਮੰਗੀ ਜਾਂਦੀ ਸੀ, ਤੇ ਉੱਥੇ ਰਲਿਆ ਮਿਲਿਆ ਹੀ ਕੰਮ ਚੱਲਦਾ ਅੰਦਰ। ਤੇ ਮੈਨੂੰ ਬਹੁਤਾ ਸੀਰੀਅਸ ਲੈਂਦੇ। ਗੱਲ ਨੂੰ ਸੁਣ, ਜਦੋਂ ਤੁਸੀਂ ਇੱਕ ਦੂਜੇ ਦਾ ਧੰਦਾ ਪ੍ਰੋਟੈਕਟ ਕਰਨ ਲੱਗ ਜਾਓ, ਜੋੜਦਾ ਕੌਣ ਹੈ? 75-25 ਕੌਣ ਬਣਾਉਂਦਾ? ਰੇਤਾ, ਬਿਲਕੁਲ, ਸ਼ਰਾਬ। ਸੌਖੇ ਪੈਸੇ ਨੇ ਨਾ, ਕਿਸੇ ਨੇ ਪੁੱਛਣਾ ਨਹੀਂ। ਰੇਤਾ ਪਟਿਆ, ਟਿੱਪਰ ਚ ਪਾਇਆ, ਵੇਚਦਾ। ਬਿਲਕੁਲ। ਅੱਛਾ, ਤੁਹਾਡਾ ਹਿੰਗ ਲੱਗੇ ਨਾ, ਫਟਕੜੀ ਰੰਗ ਚੋਖਾ ਹੀ ਚੋਖਾ, ਲੇਕਿਨ ਸਟੇਟ ਕਮਜ਼ੋਰ ਹੋਈ ਜਾਂਦਾ ਹੈ। ਤੁਸੀਂ ਸੋਨੇ ਦੇ ਇਹ ਆਂਡੇ ਦੇ ਨਾਲ ਹੀ ਮੁਰਗੀ ਦੀ ਧੌਣ ਨੱਪੀ ਜਾਂਦੇ ਹੋ। ਬਿਲਕੁਲ। ਮੈਂ ਤੁਹਾਡੀ ਇਸੇ ਗੱਲ ਤੇ ਮੂਹਰ ਲਾਉਣ ਲੱਗਿਆ ਸਿੱਧੂ ਸਾਹਿਬ। ਤੁਸੀਂ ਜਦੋਂ ਜੰਨੀ ਸਾਹਿਬ ਨੇ ਐਲਾਨ ਕੀਤਾ ਕਿ ਭਾਈ ਰੇਤਾ 5 ਰੁਪਏ ਮਿਲ ਜੂਗਾ, ਸਸਤਾ ਹੋ ਜਾਊਗਾ, ਉਹਨਾਂ ਦਿਨਾਂ ਤੋਂ, ਉਹ ਐਲਾਨ ਤੋਂ ਬਾਅਦ ਮੇਰਾ ਪਿੰਡ ਦੇ ਵਿੱਚ ਘਰ ਪੈ ਰਿਹਾ। 16,000 ਦੀ ਟਰਾਲੀ ਮੈਂ ਸਟਵਾਈ। ਜਿਹੜਾ ਤੁਸੀਂ ਗੱਲ ਕਹਿੰਦੇ ਸੀਗੇ ਕਿ ਹਾਲੇ ਸਸਤਾ ਨਹੀਂ ਹੋਇਆ, 3 ਟਰਾਲੀਆਂ ਸਟਾਈਆਂ, 16,000 ਦੀਆਂ 48 ਆ। ਬੇਟਾ, ਇਹਦਾ ਮਤਲਬ ਤੂੰ ਮੇਰੀ ਗੱਲ ਦਾ ਜਵਾਬ ਦੇ ਤਾ, ਹੁਣ ਮੈਂ ਤੈਨੂੰ ਦਿੰਦਾ ਜਵਾਬ। ਜਦੋਂ ਤੁਸੀਂ ਠੇਕੇਦਾਰੀ ਸਿਸਟਮ ਨੂੰ ਠੇਕਾ ਹੀ ਦੇਤਾ ਔਰ ਉੱਕਾ ਪੁੱਕਾ ਤੁਸੀਂ ਠੇਕਾ 1 ਸਾਲ ਦਾ ਕਰ ਲਿਆ, ਫਿਰ ਸਰਕਾਰ ਕਿਵੇਂ ਕਹਿ ਦੂਗੀ ਕੰਟਰੈਕਟ ਸਾਈਨ ਕਰਨ ਤੋਂ ਬਾਅਦ ਵੀ ਰੇਤਾ ਸਸਤਾ ਕਰਤਾ? ਲੱਗੂ ਜਾ ਸਰਕਾਰ ਤੋਂ ਲੈ ਲੈ ਭਾਈ। ਬਿਲਕੁਲ, ਸਾਡੇ ਕੋਲ ਠੇਕਾ ਹੈ, ਅਸੀਂ ਇੰਨੇ ਦਾ ਵੇਚਾਂਗੇ। ਮੈਂ ਵੀ ਪੱਤਰਕਾਰੀ ਰੋਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਮੈਂ ਖਬਰ ਲਾ ਦੂੰ। ਉਹ ਕਹਿੰਦੇ ਫਿਰ ਜਿਹੜਾ 5 ਰੁਪਏ ਦਿੰਦਾ ਉਹ ਤੋਂ ਲੈ ਲੈ। ਤੇ ਉਹਦਾ ਰਾਈਟ ਹੈ, ਉਹਦਾ ਡਿਵਾਈਨ ਰਾਈਟ ਹੈ ਬੇਟਾ। ਪਿਆ ਮੈਂ ਨਹੀਂ, ਉਹ ਆਂਦਾ ਵੀ ਭਾਈ ਵੇਖ, ਮੈਂ ਠੇਕਾ ਇੰਨੇ ਦਾ ਲਿਆ, ਜਾ ਤੂੰ ਪਰਾਂ। ਬਿਲਕੁਲ, ਉਹ ਕਹਿੰਦਾ ਮੈਂ ਨਹੀਂ ਦੇਣਾ। ਹੁਣ ਤੂੰ ਸਮਝ ਰਿਹਾ ਨਾ ਇਹ ਗੱਲ? ਦੇਖੋ, ਮੈਂ ਦੇਖ ਕਿੰਨੀ ਸ਼ਾਂਤੀ ਦੀ ਗੱਲ ਕਰ ਰਿਹਾ, ਤੂੰ ਮੇਰੇ ਪੁੱਤਾਂ ਵਾਂਗ ਹੈ। ਬਿਲਕੁਲ। ਜਦੋਂ ਕੋਈ ਮੇਰੇ ਨਾਲ ਚਲਾਕੀ ਕਰਦਾ ਨਾ, ਫਿਰ ਸਿਆਣਾ ਕਾਂ ਗੂੰ ਤੇ ਡਿੱਗਦਾ, ਫਿਰ 2 ਵਾਰ ਮਾਰਦਾ ਚੁੰਝ, ਉੱਥੇ ਠਾਂ ਕਰਦਾ। ਇਹ ਜਦੋਂ ਜ਼ਿਆਦਾ ਸਿਆਣੇ ਬਣਦੇ ਨੇ, ਮੈਂ ਢਾ ਦਿੰਦਾ ਫਿਰ। ਸਮਝਦਾ? ਇਹ ਕਨਵਰਸੇਸ਼ਨ ਪੰਜਾਬ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਬਿਲਕੁਲ। ਕਿਉਂ? ਕਿਉਂਕਿ ਉਹ ਸੋਚਦੇ ਆ ਵੀ ਕਰਜ਼ਾ ਕਿਤੇ ਸਰਕਾਰ ਦੀ ਡਿਊਟੀ ਹੈ ਵਾਪਸ ਕਰਨਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਡਾਇਰੈਕਟ ਟੈਕਸਾਂ ਦੇ ਵਿੱਚ 225 ਕਰੋੜ ਰੁਪਈਆ ਅਮੀਰ ਦੇ ਰਿਹਾ। ਬਿਲਕੁਲ। ਤੇ 55,000 ਕਰੋੜ ਰੁਪਈਆ ਤੇਰੇ ਵਰਗਾ ਆਮ ਬੰਦਾ, ਗਰੀਬ ਔਰ 99% ਪੰਜਾਬੀ ਦੇ ਰਿਹਾ। ਬਿਲਕੁਲ। ਮੈਂ ਚਾਹੁੰਦਾ ਟੋਲ ਫ੍ਰੀ ਪੰਜਾਬ ਹੋਵੇ। ਬਿਲਕੁਲ। ਕਿਸਾਨਾਂ ਵੇਲੇ ਥੋੜੀ ਦੇਰ ਹੋਇਆ ਸੀ, ਕਿੰਨਾ ਸੁੱਖ ਦੀ ਸਾਹ, ਬਹੁਤ ਸੌਖਾ ਰਿਹਾ ਹੈ। ਬਿਲਕੁਲ। ਲੇਕਿਨ ਇਹ ਸਾਰਾ ਟੋਲ, ਇਹ ਕਿੱਥੇ ਜਾਂਦਾ ਪੈਸਾ? ਇਹ ਗਰੀਬ ਦੇ ਰਿਹਾ, ਆਮ ਬੰਦਾ ਦੇ ਰਿਹਾ। ਇਹਦੇ ਬਾਰੇ ਜ਼ਿਆਦਾ ਨੌਲੇਜ ਹੋਣੀ ਹੈ। ਮੈਂ ਨਾ ਗੱਡੀ ਲੈਨੇ ਆ, ਮਿਰਚਾਂ ਤੇ ਟੈਕਸ, ਜਦੋਂ ਆਪਾਂ ਗੱਡੀ ਲੈਨੇ ਆ ਉਦੋਂ ਅਲੱਗ ਟੈਕਸ ਦਿੰਨੇ ਆ, ਰੋਡ ਟੈਕਸ। ਫਿਰ ਦੁਬਾਰਾ ਇਹ ਚੱਕਰ ਕੀ ਦੇਖ ਨਾ, ਫਿਰ ਇਹੀ ਤਾਂ ਮੈਂ ਕਹਿ ਰਿਹਾ ਕਿ ਭਾਈ ਸੜਕਾਂ ਫਿਰ ਸੁਖਬੀਰ ਬਾਦਲ ਤੈਂ ਕਿੱਥੋਂ ਪਾਈਆਂ ਓਏ? ਸੜਕਾਂ ਤਾਂ ਸਾਡੀਆਂ ਟੋਲ ਵਾਲਿਆਂ ਨੇ ਪਾਈਆਂ। ਬਿਲਕੁਲ। ਸਮਝਦਾ ਮੇਰੀ ਗੱਲ? ਇਹਨੇ ਭਰਮਾਉਂਦੇ ਆ, ਝੂਠ ਹੰਡਾਉਂਦੇ ਆ, ਸੁਪਨੇ ਵੇਚਦੇ ਆ, ਝੂਠ ਵੇਚਦੇ ਆ। ਤੇਲ ਤੇ ਟੈਕਸ, ਲੂਣ ਤੇ ਟੈਕਸ, ਆ ਪੈਟਰੋਲ ਡੀਜ਼ਲ ਦੇ ਉੱਤੇ ਹੁਣ 10 ਰੁਪਏ ਘਟਾਏ ਚੰਨੀ ਆ। ਠੀਕ ਹੈ, ਚੰਗਾ ਕੰਮ ਕੀਤਾ। ਪਰ ਕੀ ਅਸੀਂ 5 ਸਾਲ ਬਰਕਰਾਰ ਰੱਖ ਲਾਂਗੇ? ਕਿਉਂਕਿ ਸਟੇਟ ਦੇ ਐਕਸਚੇਕਰ ਤੇ ਬੇਟਾ 8,000 ਕਰੋੜ ਰੁਪਏ ਦਾ ਸਿੱਧਾ ਬੋਝ ਆਉਂਦਾ। ਬਿਲਕੁਲ। ਇਸ ਜੂਨ ਦੇ ਵਿੱਚ ਹੁਣ ਪਤਾ ਨਹੀਂ ਕੀ ਸੋਚਣਗੇ ਨਾ, GST ਦੀ ਕੰਪਨਸੇਸ਼ਨ ਜਿਹੜੀ 14% ਦੀ ਗਰੰਟੀ ਸੀ ਇਨਕਰੀਜ਼ ਦੀ, ਉਹ ਬੰਦ ਹੋ ਜਾਏਗੀ। ਬਿਲਕੁਲ। ਸਮਝਿਆ ਨਹੀਂ? ਬਿਜਲੀ ਜਿਹੜੀ ਫ੍ਰੀ ਦਿੱਤੀ ਹੈ, ਇਹਦੇ 5,000 ਕਰੋੜ ਸੇ ਭਾਈ ਤੁਹਾਡੇ ਕੋਲ ਆਮਦਨ ਤੇ ਕਿਤੋਂ ਆਉਂਦੀ ਨਹੀਂ, ਤੇ ਲੋਕਾਂ ਤੇ ਖੂਨ ਚੂਸਣ ਵਾਲਾ ਟੈਕਸ ਲਾਈ ਤੁਰੀ ਜਾਂਦੇ ਹੋ, ਜਾਂ ਫਿਰ ਤੁਸੀਂ ਭੀਖ ਮੰਗੀ ਤੁਰੀ ਜਾਂਦੇ ਹੋ। ਹੁਣ ਮੈਨੂੰ ਦੱਸ, ਕੀ ਪੰਜਾਬ ਇਹ ਸਾਰਾ ਕੁਝ ਡਿਜ਼ਰਵ ਕਰਦਾ? ਕਿ ਇੰਨਾ ਅਣਖੀ ਪੰਜਾਬ, ਕੀ ਐਸਾ ਪੰਜਾਬ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪੰਜਾਬ ਕਹਾਉਂਦਾ ਹੈ, ਜਿਹੜਾ ਨੰਬਰ 1 ਤੇ ਆਉਂਦਾ ਹੁੰਦਾ ਸਾਰੇ ਪਾਸੇ,
ਜਿੱਥੇ ਸਭ ਤੋਂ ਵੱਧ ਪੁਲਿਸ 'ਚ ਲੋਕ ਜਾਂਦੇ, ਸਭ ਤੋਂ ਵੱਧ ਆਰਮੀ 'ਚ ਲੋਕ ਜਾਂਦੇ, ਬਿਲਕੁਲ ਅੱਜ ਉਹ ਨਸ਼ਿਆਂ 'ਚ ਡੁੱਬਿਆ ਪਿਆ ਹੈ। ਅੱਜ ਉਹ 70,000 ਕਰੋੜ ਦੇ ਐਸਟ ਵੇਚ ਕੇ ਬਾਪੂਆਂ ਸਮੇਤ ਜਨਰੇਸ਼ਨ ਭਰਤੀ 'ਚ ਤੁਰੀ ਜਾਂਦੀ ਹੈ। ਬਿਲਕੁਲ। ਫਿਰ ਯਾਰ ਮੈਨੂੰ ਇੱਕ ਗੱਲ ਦੱਸ, ਇਸ ਸਿਸਟਮ ਨੂੰ ਜਿਹਨੇ ਗੁਰੂ ਨੂੰ ਇਨਸਾਫ ਨਾ ਦਿੱਤਾ, ਜਿੰਨੇ ਮਾਵਾਂ ਦੇ, ਮੈਂ ਭਾਗ ਸਿੰਘ ਨੂੰ ਮਿਲਿਆ ਸੀ, ਸਰਦਾਰ ਭਾਗ ਸਿੰਘ, ਮੈਨੂੰ ਅਜੇ ਵੀ ਯਾਦ ਹੈ, ਬਟਾਲੇ ਜੀ, ਬਜ਼ੁਰਗ, ਮੈਨੂੰ ਆਦਾ ਯਾਰ ਮੈਨੂੰ ਤੇਰੇ 'ਚ ਨਾ ਭਗਤ ਸਿੰਘ ਵਾਂਗ ਆਵਾਜ਼ ਆਉਂਦੀ ਲੱਗਦੀ ਹੈ, ਕਹਿੰਦਾ ਤੂੰ ਕੁਛ ਕਰੇਗਾ ਪੰਜਾਬ ਲਈ। ਮੈਂ ਕਹਿੰਦਾ ਪਰ ਪੁੱਤਰ ਮੈਂ ਤੈਨੂੰ ਕੁਛ ਦੱਸਣਾ ਹੈ, ਕਹਿੰਦਾ ਮੈਂ 71 ਦੀ ਜੰਗ, 63 ਵਾਲੀ ਜੰਗ, ਮੈਂ ਬੜੀਆਂ ਜੰਗਾਂ ਲੜੀਆਂ, ਟੈਂਕਾਂ ਮੂਹਰੇ ਖੜੋਇਆ, ਮੁਕੱਦਮੇ ਲੜੇ, ਆਪਦਿਆਂ ਨਾਲ ਲੜਿਆ, ਭਰਾਵਾਂ ਨਾਲ ਲੜਿਆ, ਕਦੇ ਢਿੱਲੇ ਮੱਠੇ ਨਹੀਂ ਪਏ। ਪਰ ਕਹਿੰਦਾ ਮੈਂ ਆਪਦੇ ਪੋਤੇ ਨੂੰ ਨਾਲੀ 'ਚ ਪਿਆ ਨਹੀਂ ਦੇਖ ਸਕਦਾ। ਬਿਲਕੁਲ। ਕਹਿੰਦਾ ਮੈਂ ਕਿੰਨੇ ਹੀ ਹਸਪਤਾਲਾਂ 'ਚ ਲੈ ਕੇ ਗਿਆ ਤੇ ਮੈਂ ਕਿੰਨੇ ਹੀ ਇਲਾਜ ਕੀਤੇ, ਮੇਰਾ ਬਸ ਨਹੀਂ ਚੱਲਦਾ ਬੇਟਾ, ਮੈਂ ਜਿਉਂਦਾ ਨਹੀਂ ਰਹੂੰਗਾ। ਪਰ ਕੀ ਸਾਡਾ ਪੰਜਾਬ, ਸਾਡਾ ਰੰਗਲਾ ਪੰਜਾਬ ਇਸ ਤਰੀਕੇ ਦੇ ਨਾਲ ਬੌਧਿਕ ਕੰਗਾਲੀ ਵੱਲ ਵਧੂਗਾ? ਇਸ ਤਰੀਕੇ ਦੇ ਨਾਲ ਸਾਡੀ ਜਵਾਨੀ ਸੜੂਗੀ ਤੇ ਗਲੂਗੀ? ਇਹ ਦੇਖਣਾ ਬੜਾ ਔਖਾ ਹੈ। ਮੈਂ ਅੱਜ ਵੀ ਉਹਦੀ ਗੱਲ ਮੇਰੀ ਰੂਹ ਨੂੰ ਝੰਗੋੜਦੀ ਹੈ, ਸਮਝਦਾ? ਬਿਲਕੁਲ। ਇਸ ਰਾਜਨੀਤੀ 'ਚ ਤੁਹਾਨੂੰ ਕਈ ਵਾਰ ਨਿਰਣੇ ਨਹੀਂ ਲੈਣ ਦਿੱਤੇ ਜਾਂਦੇ, ਥੋਤੋਂ ਨਿਰਣੇ ਖੋਹ ਲਿੱਤੇ ਜਾਂਦੇ ਆ। ਬਿਲਕੁਲ। ਤੇ ਪਾਵਰ ਸੈਂਟਰਲਾਈਜ਼ ਹੋ ਜਾਂਦੀ ਹੈ ਇੱਕ ਬੰਦੇ ਦੇ ਹੱਥ, ਉਹ ਹੈ ਮੁੱਖ ਮੰਤਰੀ। ਫਿਰ ਉਹ ਜਦੋਂ ਇਹੋ ਜਿਹੇ ਸਿਸਟਮ ਨੂੰ ਚਲਾਉਂਦਾ ਹੈ ਮਾਫੀ ਵਾਲੇ ਨੂੰ, ਫਿਰ ਉਹ ਕਮਾਊ ਪੁੱਤਾਂ ਨੂੰ, ਚਾਰਾਂ ਪੰਜਾਂ ਨੂੰ ਉਹਨਾਂ ਦੇ ਕੰਮ ਹੋਣ ਦਿੰਦਾ ਹੈ ਮਾਫੀਏ ਦੀ ਤਾਕਤ ਨੂੰ ਵਧਾਉਣ ਵਾਸਤੇ। ਤੇ ਉਹ 4 ਅਫਸਰ ਲੋਕਾਂ ਨੇ MLA ਚੁਣੇ ਸੀ, ਬਿਲਕੁਲ, MP ਚੁਣੇ ਸੀ, ਲੋਕਾਂ ਨੇ ਕਿਸੇ ਅਫਸਰ ਨੂੰ ਨਹੀਂ ਚੁਣਿਆ। ਲੇਕਿਨ ਅਫਸਰ ਦੀ ਬਦਲੀ ਚੀਫ ਮਿਨਿਸਟਰ ਕਰ ਸਕਦਾ, ਅਫਸਰ ਨੂੰ ਪਲਮ ਪੋਸਟਿੰਗ ਚੀਫ ਮਿਨਿਸਟਰ ਦੇ ਸਕਦਾ। ਇਸ ਕਰਕੇ ਅਫਸਰ ਉਹਦੇ ਕਹਿਣੇ ਦੇ ਉੱਤੇ ਮਿਨਿਸਟਰੀਆਂ ਨੂੰ ਗੁਲਾਮ ਬਣਾ ਦਿੰਦੇ, MLA ਨੂੰ ਠੋਕੀ ਤੁਰੀ ਜਾਂਦੀ ਹੈ, ਸਮਝਿਆ ਨਹੀਂ? ਔਰ ਕਮਾਊ ਪੁੱਤਾਂ ਨੂੰ ਔਰ ਇਸ ਸਿਸਟਮ ਨੂੰ ਤਗੜਾ ਕਰੀ ਤੁਰੀ ਜਾਂਦੇ ਆ, ਇਹਦੇ ਲਾਈ ਤੁਰੀ ਜਾਂਦੇ, ਇਨਕਰੀਮੈਂਟ ਦੇ ਟੀਕੇ, ਇਨਕਰੀਮੈਂਟ ਟੌਨਿਕ ਨਹੀਂ ਹੁੰਦਾ, ਉਹਦੇ ਟੀਕੇ ਲਾਈ ਤੁਰੀ ਜਾਂਦੇ। ਇਹ ਗੁਨਾਹ ਹੈ, ਇਹ ਜਗਨਿਆ ਅਪਰਾਧ ਹੈ ਬੇਟਾ। ਇਹ ਬਦਲਣ ਦੇ ਲਈ ਲੋਕੀ ਵੀ ਉਮੀਦ ਰੱਖਦੇ ਆ। ਸਾਫ਼ ਜੇ ਮੈਂ ਕਹਿੰਦਾ ਮੈਂ ਤੁਹਾਡਾ ਪੰਜਾਬ ਮਾਡਲ ਜਿਹੜਾ ਉਹ ਲੋਕਾਂ ਨੂੰ, ਪੰਜਾਬ ਮਾਡਲ ਇਹ ਨਹੀਂ ਕਹਿੰਦਾ ਵੀ ਖਜ਼ਾਨਾ ਖਾਲੀ ਹੈ, ਪੰਜਾਬ ਮਾਡਲ ਸ਼ਿਕਾਇਤਾਂ ਨਹੀਂ ਕਰਦਾ, ਪੰਜਾਬ ਮਾਡਲ ਸਮੱਸਿਆਵਾਂ ਦਾ ਹੱਲ ਦਿੰਦਾ ਔਰ ਇਹ ਕਹਿੰਦਾ ਵੀ ਖਜ਼ਾਨਾ ਇਦਾਂ ਭਰਨਾ। ਬਿਲਕੁਲ ਬਿਲਕੁਲ। ਔਰ ਉਸ ਖਜ਼ਾਨੇ ਨੂੰ ਭਰ ਕੇ ਦੁੱਗਣਾ ਕਰਕੇ ਪੰਜਾਬ ਦੇ ਲੋਕਾਂ ਨੂੰ 10 ਗੁਣਾ ਕਰਕੇ ਉਹਨਾਂ ਨੂੰ ਡਿਵੈਲਪਮੈਂਟ, ਉਹਨਾਂ ਦੇ ਅਧਿਕਾਰਾਂ ਦੀ, ਉਹਨਾਂ ਦੇ ਟੈਕਸਾਂ ਦੇ ਪੈਸਿਆਂ ਦੀ ਦੇਣੀ ਚਾਹੀਦੀ ਹੈ। ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਹੋਣੀ ਚਾਹੀਦੀ ਹੈ। ਇੱਥੇ ਲੋਕਾਂ ਦੀ ਸਰਕਾਰ ਚੰਦ ਪਰਿਵਾਰਾਂ ਦੇ ਪਾਵੇ ਨਾਲ ਬੰਨ੍ਹਤੀ ਹੈ ਜੀ। ਨਾ 12,000 ਪਿੰਡਾਂ ਦੀਆਂ ਤਾਕਤਾਂ, ਇੱਕ ਸਰਪੰਚ ਕੋਲ 170 ਤਾਕਤਾਂ ਹੁੰਦੀਆਂ ਨੇ, ਇੱਕ ਕਮਰੇ 'ਚ ਰੂਰਲ ਡਿਵੈਲਪਮੈਂਟ ਦੇ ਕਮਰੇ 'ਚ ਰੱਖਤੀ, ਉਹ ਅੱਗੇ ਚੀਫ ਮਿਨਿਸਟਰ ਨੂੰ ਦੇ ਦਿੰਦਾ ਹੈ। ਸਰਪੰਚਾਂ ਦੀ ਨੋਮੀਨੇਸ਼ਨ ਹੁੰਦੀ ਹੈ, ਉਹ ਤਾਕਤਾਂ ਭੁੱਲੀ ਬੈਠੇ। ਇਸ ਟਾਈਮ ਗੌਰਮੈਂਟ ਵਿਦਨ ਅ ਗੌਰਮੈਂਟ ਮਿਊਨਿਸਪਲ ਕਾਰਪੋਰੇਸ਼ਨਾਂ ਨੇ, ਇਹ ਰਾਜੀਵ ਜੀ ਦਾ ਸੁਪਨਾ ਸੀ ਕਿ ਸਰਪੰਚਾਂ ਨੂੰ ਇੰਡੀਪੈਂਡੈਂਸ ਦਈਏ, ਖੁਦ ਮੁਖਤਿਆਰੀ ਦਈਏ। ਔਰ ਜਿਹੜੀਆਂ ਵੀ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਬੇਟਾ, ਇਹਨਾਂ ਸਾਰੀਆਂ ਨੂੰ ਨਿੱਜੀ ਤਾਕਤਾਂ ਦਈਏ ਤਾਂ ਕਿ ਆਪਦੇ ਪੈਸੇ ਆਪ ਕਮਾਉਣ ਔਰ ਆਤਮ ਨਿਰਭਰ ਹੋ ਕੇ ਜੀਉਣ। ਅਸੀਂ ਸਾਰੀਆਂ ਬੰਨ੍ਹਤੀਆਂ, ਗੁਲਾਮ ਬਣਾਤੀਆਂ ਮਿਨਿਸਟਰੀਆਂ, ਮੰਤਰੀ ਮੁਹਤਾਜ ਬਣਾ ਲਏ। ਕੋਈ ਸਿੱਧੂ ਵਰਗਾ ਲੜਦਾ ਹੈ ਤੇ ਘਰੇ ਬਾਹ ਦਿਓ, ਇਸੇ ਤੇ ਆਉਣ ਲੱਗਿਆ। TRP ਕੁਐਸਚਨ ਨਹੀਂ ਸਿੱਧੂ ਸਾਹਿਬ, ਠੀਕ ਹੈ ਪੰਜਾਬ ਮਾਡਲ ਤੁਹਾਡਾ ਲੋਕਾਂ ਨੂੰ ਪਸੰਦ ਆ ਰਿਹਾ, ਪਰ ਲੋਕ ਇਸ ਚੀਜ਼ ਦੇ ਵਿੱਚ ਵੀ ਭੰਬਲ ਭੂਸੇ 'ਚ ਨੇ ਕਿ ਇਹਨੂੰ ਲਾਗੂ ਕਿਹੜਾ ਸਰਦਾਰ ਕਰੂਗਾ, ਚੰਗੇ ਸਰਦਾਰ ਕਰੂਗਾ। ਦੇਖੋ ਇਸ ਗੱਲ ਦਾ ਲੋਕ ਫੈਸਲਾ ਕਰਨ। ਇਹ ਗੱਲ ਪੱਕੀ ਹੈ ਕਿ ਜਿਹੜਾ ਮਾਫੀਏ ਦਾ ਪਾਰਟ ਐਂਡ ਪਾਰਸਲ ਹੋਏਗਾ ਉਹ ਕੋਈ ਕਾਰਪੋਰੇਸ਼ਨ ਨਹੀਂ ਬਣਾਏਗਾ ਔਰ ਉਹ ਪੈਸੇ ਸਟੇਟ ਦੇ ਖਜ਼ਾਨੇ 'ਚ ਨਹੀਂ ਪਾਏਗਾ, ਉਹ ਆਪਦੇ ਢਿੱਡ 'ਚ ਪਾਏਗਾ, ਕਿਉਂਕਿ ਉਹਨਾਂ ਨੂੰ ਆਦਤਾਂ ਪੈ ਲਈਆਂ ਪੁੱਠੀਆਂ। ਜਿਹੜੇ ਬੰਦੇ ਨੂੰ ਘਰ ਬੈਠੇ ਸਾਲ ਦੇ ਹਜ਼ਾਰਾਂ ਕਰੋੜ ਬਣਦੇ ਆ, ਉਹ ਕਿਉਂ ਉਸ ਸਿਸਟਮ ਨੂੰ ਤੋੜੇਗਾ? ਉਹ ਨਿੱਜੀ ਮਫਾਦਾਂ ਤੋਂ ਉੱਤੇ ਕਿਉਂ ਉੱਠੇਗਾ? ਮੈਨੂੰ ਇੱਕ ਗੱਲ ਤੁਹਾਡੀ ਹੋਰ ਚੇਤੇ, ਤੁਸੀਂ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਸਿੱਧੂ ਪੰਜਾਬ ਦੇ ਹੱਕ ਦੀ ਗੱਲ ਕਰੂਗਾ ਤਾਂ ਸਾਰੇ ਇਕੱਠੇ ਹੋ ਜਾਣਗੇ। ਲੋਕਾਂ ਦੇ ਵਿੱਚ ਇਹ ਵੀ ਗੱਲ ਹੈ
ਕਿ ਅਸੀਂ ਸਿੱਧੂ ਸਾਹਿਬ ਦੇ ਕਹਿਣ ਤੇ ਕਾਂਗਰਸ ਨੂੰ ਜੇ ਵੋਟਾਂ ਪਾ ਦਿੰਨੇ ਆ, ਸਰਕਾਰ ਬਣਾ ਦਿੰਨੇ ਆ, ਸਿੱਧੂ ਸਾਹਿਬ ਦਾ ਜੇ ਫੇਰ ਨਾ ਪੰਜਾਬ ਮਾਡਲ ਲਾਗੂ ਕਰਨ ਦਿੱਤਾ, ਸਿੱਧੂ ਸਾਹਿਬ ਨੂੰ ਫੇਰ ਘਰੇ ਬਿਠਾ ਮੇਰੀ ਇੱਕ ਕੇ ਗੱਲ ਨੂੰ ਸੁਣ, ਮੈਂ ਹੀ ਨਹੀਂ ਉਹਨਾਂ ਨੂੰ ਧੋਖਾ ਦਿਆਂਗਾ, ਮੈਂ ਹੀ ਨਹੀਂ ਧੋਖਾ ਦਿਆਂਗਾ। ਜੇ ਇਹ ਨਾ ਇਕੱਠੇ ਹੋ ਜਾਣ ਫੇਰ ਤੁਹਾਡੇ। ਮੇਰੀ ਇੱਕ ਗੱਲ ਨੂੰ ਸਮਝ ਲੈ ਬੇਟਾ, ਜੇ ਮੈਂ 50 ਕਰੋੜ ਰੁਪਏ ਦੀ ਆਮਦਨ ਛੱਡੀ, ਬਿਲਕੁਲ, ਜੇ ਮੈਂ ਅੱਜ 50,000 ਰੁਪਏ 'ਚ ਘਰੇ ਬੈਠਾ ਔਰ ਪੰਜਾਬ ਨੂੰ ਬਦਲਣ ਦੇ ਸੁਪਨੇ ਦੇਖਦਾ, ਬਿਲਕੁਲ, ਤੇ ਮੈਂ ਗਲਤ ਤਾਂ ਨਹੀਂ ਆ? ਨਹੀਂ। ਤੇ ਮੈਂ ਕਦੇ ਮੇਰੇ ਪੁੱਤਰ ਦੀ ਕੋਈ ਖੱਡ ਚੱਲਦੀ ਹੋਵੇ, ਮੇਰਾ ਕੋਈ ਧੰਦਾ ਚੱਲਦਾ ਹੋਵੇ, ਮੇਰਾ ਕੋਈ ਬਿਜ਼ਨਸ ਚੱਲਦਾ ਹੋਵੇ, ਮੇਰੀ ਘਰ ਵਾਲੀ ਦਾ ਕੋਈ ਚੱਲਦਾ ਹੋਵੇ, ਉਹਨੇ ਐਡਵੋਕੇਟ ਜਨਰਲੀ ਛੱਡੀ, ਘਰ ਵਾਲੀ ਨੇ ਕੈਬਨਿਟ ਮਿਨਿਸਟਰੀ ਛੱਡੀ, ਬਿਲਕੁਲ, ਸਮਝਿਆ ਨਹੀਂ? ਸਿੱਧੂ ਨੇ ਮੰਤਰਾਲੇ ਛੱਡੇ, ਰਾਜ ਸਭਾ ਛੱਡੀਆਂ, MP ਗਿਰੀਆਂ ਛੱਡੀਆਂ, ਲੇਕਿਨ ਸਮਝੌਤੇ ਤਾਂ ਨਹੀਂ ਕੀਤੇ ਨਾ ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ। ਔਰ ਜਦੋਂ ਮੈਂ ਲੜਦਾ ਹੁੰਦਾ ਸੀ, ਸਾਰੇ ਸੱਤਾ ਮਾਣਦੇ ਹੁੰਦੇ, ਇਹਨਾਂ ਦੀ ਕਿਸੇ ਦੀ ਆਵਾਜ਼ ਨਹੀਂ ਆਈ। ਆਮ ਆਦਮੀ ਪਾਰਟੀ ਵਾਲੇ ਤਾਂ ਅਸੀਂ ਅਕਸਰ ਪ੍ਰੋਗਰਾਮਾਂ 'ਚ ਗੱਲ ਕਰਦੇ ਆ ਕਿ ਜਿਹੜੇ ਅੱਜ ਮੰਤਰੀ ਵੀ ਬੋਲਦੇ ਹੁੰਦੇ ਸੀ ਲਾਸਟ ਸਮੇਂ 'ਚ ਕੈਪਟਨ ਦੇ ਖਿਲਾਫ, ਉਹਨਾਂ ਤੋਂ ਜਵਾਨ ਵੀ ਸਿੱਧੂ ਸਾਹਿਬ ਨੇ ਦਿੱਤੇ। ਸਿੱਧੂ ਨੂੰ ਇਸਤੇਮਾਲ ਕੀਤਾ ਗਿਆ ਕੈਪਟਨ ਨੂੰ ਲਾਉਣ ਨੂੰ। ਬਿਲਕੁਲ, ਹੋਵੇ ਨਹੀਂ? ਬਿਲਕੁਲ ਭਾਈ ਸ਼ੇਰ ਬਣ ਕੇ ਲਾਇਆ, ਮਾਰ ਟਵੀਟ ਵੱਖੀਆਂ ਸਜਾਤੀਆਂ ਇਹਦੀਆਂ, ਸਮਝ ਨਹੀਂ? ਜਾ ਕੇ ਉੱਥੇ ਬੁਰਜਵਾਰ ਸਿੰਘ ਇਹਨੂੰ ਕਿਹਾ ਵੀ ਗੁਰੂ ਦਾ ਇਨਸਾਫ ਕਿਉਂ ਨਹੀਂ ਦਿੱਤਾ। ਫਿਰ ਜਿਹੜੇ ਮੁੱਦਿਆਂ ਦੇ ਉੱਤੇ ਦੂਆ ਮੁੱਖ ਮੰਤਰੀ ਬਣਿਆ ਸੀ, ਬਿਲਕੁਲ, ਸਮਝਿਆ ਨਹੀਂ? ਉਹ ਮੁੱਦੇ ਸੋਲਵ ਹੋਏ ਜਾਂ ਨਹੀਂ, ਇਹ ਪੰਜਾਬ ਦੇ ਲੋਕ ਦੇਖਣ। ਮੇਰੀ ਗੱਲ ਨੂੰ ਸਮਝ ਲੈ। ਬਿਲਕੁਲ। ਇਸ ਕਰਕੇ ਬੇਟਾ ਮੈਂ ਇਹ ਗੱਲ ਕਹਿਣਾ ਕਿ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੁੰਦੀ ਹੈ, ਲੇਕਿਨ ਪੰਜਾਬ ਦੇ ਲੋਕ ਸਿਆਣੇ ਬਣ ਜਾਣ। ਕਿਉਂਕਿ ਜੇ ਤੇ ਉਹ ਆਪਦੇ ਅਧਿਕਾਰ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਵਰਤਣਗੇ, ਆਪਦੇ ਪੰਜਾਬ ਨੂੰ ਸਵਾਰਨ ਵਾਸਤੇ ਵਰਤਣਗੇ, ਫਿਰ ਜ਼ਮੀਰ ਜਾਗਦਾ ਰਹੂ। ਬਿਲਕੁਲ, ਫਿਰ ਵਿਕਣਗੇ ਨਹੀਂ। ਤੇ ਜੇ ਐਤਕੀ ਗਲਤੀ ਹੋ ਗਈ ਔਰ ਉੱਤੇ ਇੱਕ ਇਮਾਨਦਾਰ ਨਾ ਬੈਠਿਆ, ਸਿਆਣਾ ਨਾ ਬੈਠਿਆ, ਕਿਉਂਕਿ ਨਕਲ ਕਰ ਲੈਣ ਸਿੱਧੂ ਦੇ ਮਾਡਲ ਦੀ, ਪਹਿਲਾਂ ਤਾਂ ਦਿੱਲੀ ਮਾਡਲ ਕਰਦੇ ਹੁੰਦੇ ਸੀ, ਹੁਣ ਪੰਜਾਬ ਮਾਡਲ ਤੇ ਆ ਗਏ ਨਾ। ਬਿਲਕੁਲ, ਨਕਲ ਜਿੰਨੀ ਮਰਜ਼ੀ ਕਰਾਂ, ਅਕਲ ਵੀ ਤਾਂ ਚਾਹੀਦੀ ਹੈ ਨਾ। ਸਰ ਲੋਕਾਂ ਨੇ ਵੋਟਾਂ ਪਾ ਦੇਣੀਆਂ, MLA ਚੁਣ ਦੇਣੇ ਆ, ਫਿਰ ਅੱਗੇ ਉਹ ਲੋਕ ਜਿਹੜੇ ਪਿਛਲੀ ਵਾਰੀ, ਜਿਵੇਂ ਤੁਹਾਡੀ ਗੱਲ ਤੇ ਮੈਂ ਆ ਜਾਣਾ ਵੀ ਜਿਹੜੇ ਆਪ ਰੇਤੇ ਦੀਆਂ ਖੱਡਾਂ 'ਚ ਹਿੱਸੇਦਾਰੀ ਹੈ, ਜਿਨ੍ਹਾਂ ਦੀ ਆਪਦੀ ਠੇਕਿਆਂ 'ਚ ਹਿੱਸੇਦਾਰੀ ਆ, ਫਿਰ ਉਹ CLP ਦੀ ਮੀਟਿੰਗ 'ਚ ਤੁਹਾਨੂੰ ਵੋਟ ਕਰਨਗੇ। ਵੇਖੋ ਮੇਰੀ ਇੱਕ ਗੱਲ ਨੂੰ ਸੁਣ, ਅੱਜ ਮੁੱਖ ਮੰਤਰੀ ਦਾ ਚਿਹਰਾ 2 ਥਾਵਾਂ ਤੇ ਅਨਾਉਂਸ ਹੋਇਆ ਹੋਇਆ, ਇੱਕੋ ਹੀ ਥਾਂ ਰਹੀ। ਬਿਲਕੁਲ, ਵੱਡੀ ਪਾਰਟੀ ਚੋਂ। ਤੇ ਹਾਈ ਕਮਾਂਡ ਕੀ ਸੋਚਦੀ ਹੈ ਕੀ ਨਹੀਂ, ਇਹਦੇ 'ਚ ਨਹੀਂ ਮੈਂ ਪੈਣਾ ਚਾਹੁੰਦਾ, ਪਰ ਇਹ ਪੱਕਾ ਹੈ ਕਿ ਲੋਕਾਂ ਨੂੰ ਕਲੈਰਿਟੀ ਚਾਹੀਦੀ ਹੈ ਬੇਟਾ। ਕਲੈਰਿਟੀ ਚਾਹੀਦੀ ਹੈ, ਮੈਂ ਬਿਲਕੁਲ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ। ਦੇਖੋ ਉਹਨਾਂ ਨੂੰ ਕਲੈਰਿਟੀ ਚਾਹੀਦੀ ਹੈ। ਕਲੈਰਿਟੀ ਕਾਹਦੀ ਚਾਹੀਦੀ ਹੈ? ਸਵਾਲ 3 ਨੇ ਵੀ ਸਾਨੂੰ ਕਿਚੜ ਚੋਂ ਕੱਢੂ ਕੌਣ? ਇੱਕ ਭਰੋਸੇਯੋਗ ਬੰਦਾ ਚਾਹੀਦਾ। ਇੱਕ ਨੰਬਰ 2 ਕਿਵੇਂ? ਏਜੰਡਾ ਚਾਹੀਦਾ ਹੈ। ਬਿਲਕੁਲ, ਰੋਡ ਮੈਪ ਚਾਹੀਦਾ ਹੈ। ਚਲੋ ਏਜੰਡਾ ਵੀ ਆ ਗਿਆ, ਰੋਡ ਮੈਪ ਵੀ ਆ ਗਿਆ, ਫਿਰ ਭਾਈ ਲਾਗੂ ਕੌਣ ਕਰੂ? ਗੁੱਡ ਇੰਟੈਂਸ਼ਨਸ ਵਿਲ ਡਾਈ ਅਨਲੈਸ ਦੇ ਆਰ ਐਗਜ਼ੀਕਿਊਟਡ। ਭਾਈ ਉਹਨੂੰ ਐਗਜ਼ੀਕਿਊਟ ਕੌਣ ਕਰੂ? ਕੌਣ ਬਣਾਊ ਰੇਤੇ ਦੀ ਕਾਰਪੋਰੇਸ਼ਨ? ਕੌਣ ਬਣਾਊ ਸ਼ਰਾਬ ਦੀ ਇਹ ਕਾਰਪੋਰੇਸ਼ਨ? ਕੌਣ ਇਹੋ ਜਿਹਾ ਇਮਾਨਦਾਰ ਹੈ ਜਿਹਦੇ ਕਿਰਦਾਰ ਤੇ ਭਰੋਸਾ ਹੈ? ਸਮਝ ਨਹੀਂ? ਬਿਲਕੁਲ, ਇਹ ਗੱਲ ਨੂੰ ਸਮਝ। ਬਿਲਕੁਲ ਬਿਲਕੁਲ, ਇਹ ਸਭ ਤੋਂ ਅਹਿਮ ਸਵਾਲ ਨੇ ਬੇਟਾ, ਜਿਹੜੇ ਪੰਜਾਬੀ ਸਮਝਦੇ ਨੇ। ਇਹ ਤੇ ਦੇਖੋ ਪਾਰਟੀਆਂ ਕਈ ਵਾਰ ਇਹ ਸੋਚ ਲੈਂਦੀਆਂ ਨੇ ਵੀ ਪੁਰਾਣੇ ਸਿਸਟਮ ਨਾਲ ਬੇਵਕੂਫ ਬਣਾ ਲਾਂਗੇ। ਬਿਲਕੁਲ, ਸੱਤਾ ਹਾਸਲ ਕਰ ਲਾਂਗੇ। ਫਿਰ ਨਾ ਸੱਤਾ ਹਾਸਲ ਨਹੀਂ, ਆਧੀ ਛੋੜ ਪੂਰੀ ਕੋ ਧਿਆਵੇ, ਆਧੀ ਮਿਲੇ ਨਾ ਪੂਰੀ ਪਾਵੇ। ਹੁਣ ਲੋਕਾਂ ਦੇ ਮਨ 'ਚ ਮੈਂ ਤੁਹਾਨੂੰ ਦੱਸ ਦਿਆਂ ਕੀ ਹੈ ਜੀ, ਪੂਰਾ ਠੋਕ ਕੇ ਮੈਂ ਦੱਸਦਾ। ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਪੰਜਾਬ ਮਾਡਲ ਦਿੱਤਾ, ਉਹਦੇ ਤੋਂ ਲੋਕਾਂ ਨੂੰ ਆਸ ਵੱਜੀ ਹੈ, ਤੁਹਾਡੇ ਕਿਰਦਾਰ ਤੇ ਵੀ ਲੋਕਾਂ ਨੂੰ ਆਸ ਵੱਜੀ ਹੈ, ਤੇ ਲੋਕ ਚਾਹੁੰਦੇ ਵੀ ਹੈ ਕਿ ਤੁਸੀਂ ਅੱਗੇ ਆਓ। ਪਰ ਲੋਕ ਡਰਦੇ ਵੀ ਹੈ ਜੇ ਕਾਂਗਰਸ ਨੂੰ ਵੋਟ ਪਾਈ ਤੇ ਕਿਤੇ ਇਹ ਨਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਿਛਲੀ ਵਾਰ ਦੀ ਤਰ੍ਹਾਂ ਫਿਰ ਖੂੰਜ ਲਾ ਦਿੱਤਾ ਜਾਵੇ, ਫਿਰ ਕਿੱਥੇ ਜਾਵਾਂਗੇ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਇਹ ਕਲੈਰਿਟੀ ਤਾਂ ਕਾਂਗਰਸ ਦੀ ਹਾਈ ਕਮਾਂਡ ਨੂੰ ਦੇ ਦੇਣੀ ਚਾਹੀਦੀ, ਨਹੀਂ ਤੇ ਮੈਂ ਦੇ ਦੂੰ। ਇੱਕ ਗੱਲ ਨੂੰ ਸਮਝ ਲੈ ਬੇਟਾ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਰਾਹੁਲ ਗਾਂਧੀ ਜੀ ਔਰ ਪ੍ਰਿਯੰਕਾ ਗਾਂਧੀ ਜੀ ਨਾਲ ਬੰਨਿਆ ਹੋਇਆ। ਬਿਲਕੁਲ, ਵਚਨਾਂ ਦਾ। ਲੇਕਿਨ ਮੈਂ ਪੰਜਾਬ ਦੇ ਨਾਲ ਵੀ ਆਤਮਿਕ ਤੌਰ ਦੇ ਉੱਤੇ ਕਿਸੇ ਨਿੱਜੀ ਮਫਾਦ ਤੋਂ ਉੱਤੇ ਉੱਠ ਕੇ ਰੱਬੀ ਤੌਰ ਦੇ ਉੱਤੇ ਉਹਨਾਂ 'ਚ ਰੱਬ ਦੇਖਦਾ।
मैं उस परमात्मा का सेवक हाँ जिन्हों अज्ञानी लोग मनुख या पंजाबी कहते हैं। बिल्कुल। मैं उन्हों का सेवक हाँ जिन्होंने मैं रब मानता हाँ। जिमें तिलों च तेल सागर च लहरां फुलों च खुशबू उस तरह परमात्मा नारायण अल्लाह वाहिगुरू बन के इन्हां पंजाबी भरावां च छुपिया ते मैं शासक भाव सिट के परिवार का भाव जगाना चाहना कि भाई जदों कोई बंदा आपदे पुत्त नूं पढ़ाउंदा है वो किहनूं पुछदा कित्थे ले जाना है। सरकारां दा दर्जा माँ बाप दा है। बिल्कुल समझे नहीं। बिल्कुल। सरकारां नूं उसे भैन दा भाई दा और उसे माँ बाप वर्गे किसी चीफ मिनिस्टर का दर्जा जगाउणा पऊगा। ये परिवारक एकता दे विच बन्नना पऊगा। बिल्कुल। असीं पहिलां ही गुरुआं दी दित्ती पंजाबीयत च बन्ने हैं। बने बिल्कुल। समझे नहीं बन्ने हैं। और आने वाले समय दे विच भी असी गुरुआं दी विचारधारा तो पिछे नहीं हटते। बिल्कुल। इसे करके मैं कहना कि ये सूबा गिर नहीं सकता। परित्रा नाम साधु नाम विनाशाचाय दुष्कृताम धर्म संस्थापनार्थाय संभवानी युगे युगे जद जद जुल्म अत वधदी है जद जद साधुआं दे उत्ते जुल्म हुंदे ने जद जद लोग रब नूं भुलदे ने परमात्मा अपने बंदियां राहीं धर्म की स्थापना कराउंदा है। यथा धर्म तथा विजया। जिथे धर्म हो धर्म की है भुखियां नूं रजाउणा रोंदियां नूं हसाउणा उजड़ियां नूं वसाउणा ते पंजाब दी हर बाधा नूं समस्या नूं सुलझाउणा ते हटाउणा। एक होर यही धर्म है ना। ਤੁਸੀਂ ਨਾ ਬੜਾ ਲੋਕਾਂ ਨੂੰ ਤੁਹਾਡੀ ਗੱਲ ਪਸੰਦ ਆਈ ਸੀ ਕਿ ਜੇ ਕਾਂਗਰਸ ਨੇ ਦੁਬਾਰਾ ਸੱਤਾ ਦੇ ਵਿੱਚ ਆਉਣਾ ਹੈ ਤਾਂ ਚਿਹਰੇ ਤੁਹਾਨੂੰ ਸਾਫ਼ ਸੁਥਰੇ ਅੱਗੇ ਲਿਆਉਣੇ ਪੈਣਗੇ। 25 ਤੋਂ 30 ਐਮਐਲਏ ਦੀ ਟਿਕਟ ਕੱਟਣ ਦੀ ਜਿਹੜੀ ਉਹ ਗੱਲ ਚੱਲਦੀ ਹੁੰਦੀ ਸੀ ਪਰ ਲਿਸਟ ਆਈ 86 ਉਮੀਦਵਾਰਾਂ ਦੀ ਆ ਗਈ ਹੁਣ ਅੱਗੇ ਵੀ ਆ ਜਾਣੀ ਹੈ। ਜਿੰਨੇ ਲੱਗਦਾ ਸੀ ਕਿ ਇਹ ਕੁਝ ਹੋਏਗਾ ਉਹ ਹੋਇਆ ਨਹੀਂ। ਇਹ ਤੋਂ ਲੱਗਦਾ ਹੈ ਕਿ ਦੇਖੋ ਤੁਹਾਨੂੰ ਲੱਗਦਾ ਨਹੀਂ ਨੁਕਸਾਨ ਇਹਦਾ ਹੋ ਸਕਦਾ ਹੈ। ਵੇਖੋ ਤੁਹਾਨੂੰ ਲੱਗਦਾ ਹੈ ਕਿ ਨਹੀਂ ਪਰ ਮੇਰੇ ਹਿਸਾਬ ਦੇ ਨਾਲ 20-25 ਬੰਦੇ ਨਵੇਂ ਆਉਣਗੇ ਪਰ 13 रह गए ना पर 13 रह गए एमएलए। देखो हजे किन्ने एमएलए नवे आ गए ठीक है तो हजे 30-35 सीटां अनाउंस होनी 31 पर सिद्धू साहब हाले भी लोग ये गल मानते हैं कि जो 86 उम्मीदवारों की लिस्ट आई है मैं तेन ਉਹੀ नाम ने जिन्होंने तुसीं टारगेट करते। मैं तेन एक गल कहना ते तू मैनूं ऐ दस आम आदमी पार्टी च किहड़े नाम ने गैंगस्टरां दे नाम ने बिल्कुल लुच्चियां दे नाम ने लफंगियां दे नाम ने कांग्रेस दी झूठ दे नाम ने ਜਿਹੜਾ ਇਧਰੋਂ ਨਕਾਰਿਆ ਜਾਂਦਾ ਚੁੱਕ ਲੈਂਦੇ ਬਿਲਕੁਲ ਤੇ ਅਕਾਲੀ ਦਲ ਕਿਤੇ ਆਤਮਤਾਈ ਹੈ ਸੁਰਖਾਵ ਦੇ ਪਰ ਲੱਗੇ ਇਹਨਾਂ ਦੇ ਪਿੱਛੇ ਬੰਦੇ ਉਹੀ ਨੇ ਲੇਕਿਨ ਬੰਦਿਆਂ ਨੂੰ ਤੁਸੀਂ ਸਿਸਟਮ ਚ ਢਾਲੋ ਨਾ ਢਾਲੋ। ਬਿਲਕੁਲ ਭਾਈ ਮੇਰੀ ਗੱਲ ਨੂੰ ਸੁਣੋ ਜਦੋਂ ਤੁਸੀਂ ਕਾਰਪੋਰੇਸ਼ਨਾਂ ਬਣਾਤੀਆਂ ਚੋਰੀ ਕਰ ਹੀ ਨਹੀਂ ਸਕਦਾ ਕੋਈ। ਪਰ ਤੁਹਾਡੀ ਇੱਕ ਗੱਲ ਵਧੀਆ ਲੱਗੀ ਜੇ ਉੱਤੇ ਇਮਾਨਦਾਰ ਬਹਿ ਗਿਆ ਤਾਂ ਥੱਲੇ ਆਪਣੇ ਆਪ ਥੱਲੇ ਜਾਊ ਮੱਛੀ ਸਿਰ ਤੋਂ ਗਲਣ ਲੱਗਦੀ ਹੈ ਬੇਟਾ। ਬਿਲਕੁਲ ਯਾਦ ਰੱਖੀ ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ। ਆ ਲੀਵਨ ਕੂ ਨੂੰ ਪੁੱਛਿਆ ਸੀ ਕਿਸੇ ਨੇ ਲੀਵਨ ਕੂ ਨੂੰ ਕਿਸੇ ਨੇ ਪੁੱਛਿਆ ਮੱਛੀ ਮਾਰਕੀਟ ਸੀ ਇਹ ਸਿੰਗਾਪੁਰ ਜਦੋਂ ਇਹ ਮਲੇਸ਼ੀਆ ਤੋਂ ਅੱਡ ਹੋਏ ਨੇ ਤੇ ਇੱਕ ਮੱਛੀ ਮਾਰਕੀਟ ਸੀ ਬੇਟਾ ਉਸ ਮੱਛੀ ਮਾਰਕੀਟ ਨੂੰ ਇਨਹੈਰਿਟ ਕੀਤਾ ਲੀਵਨ ਕੂ ਨੇ ਤੇ ਅੱਜ ਉਹ ਹਿੰਦੁਸਤਾਨ ਦੀ ਨਹੀਂ ਮਤਲਬ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ। ਤੁਸੀਂ ਦੇਖੋ ਉੱਥੇ ਕੁੜੀਆਂ ਨੂੰ ਪੜ੍ਹਾਉਣਾ ਹੋਵੇ ਜੋ ਮਰਜ਼ੀ ਕਰਨਾ ਹੋਵੇ ਐਜੂਕੇਸ਼ਨ ਉਸ ਤੋਂ ਉੱਤੇ ਦੀ ਇਕਨੋਮੀ ਹੈ ਨਹੀਂ ਕੋਈ। ਸਿੰਗਾਪੁਰ ਡਾਲਰ ਸਭ ਤੋਂ ਵੱਡਾ ਉਹਨੂੰ ਕਿਸੇ ਨੇ ਪੁੱਛਿਆ ਵੀ ਕਰਪਸ਼ਨ ਕਿਵੇਂ ਦੂਰ ਕਰੇਗਾ ਉਹ ਕਹਿੰਦਾ ਆਈ ਵਿਲ ਪਨਿਸ਼ ਪੀਪਲ ਐਟ ਦੀ ਟੌਪ। ਕਹਿੰਦਾ ਜਿਹੜੇ ਉੱਤੇ ਬੈਠੇ ਉਹਨੂੰ ਟੰਗ ਦੂੰ ਆਪੇ ਕਰਪਸ਼ਨ ਦੂਰ ਹੈ। ਉਹਦਾ ਇੱਕ ਮੰਤਰੀ ਹਫਤੇ ਦੀ ਹੌਲੀਡੇ ਤੇ ਚਲਿਆ ਗਿਆ ਕਿਸੇ ਇੰਡਸਟਰੀਲਿਸਟ ਨਾਲ। ਅੱਛਾ 에ਅਰਪੋਰਟ ਤੇ ਸ਼ਾਮ ਨੂੰ ਫੜ ਲਿਆ ਤੁਸੀਂ ਅੱਗੇ ਵੀ ਗੱਲ ਸੁਣਾਈ ਸੀ ਤੇ ਲਾਤਾ। ਸਵਾਲ ਇਹ ਹੈ ਕਿ ਤੁਸੀਂ ਆ ਪਿਰਾਮਿਡ ਹੈ ਆ ਪਿਰਾਮਿਡ ਹੈ ਸਭ ਤੋਂ ਵੱਡੀ એનર્ਜੀ ਹੁੰਦੀ ਹੈ ਵੀ ਦਹੀਂ ਰੱਖੀ ਰੱਖੋ ਨਾ ਪਿਰਾਮਿਡ ਦੇ ਵਿੱਚ ਤੇ 2-2 ਮਹੀਨੇ ਖਰਾਬ ਨਹੀਂ ਹੁੰਦਾ। ਇਜਿਪਸ਼ੀਅਨ ਮਮੀਆਂ ਸੀਗੀਆਂ ਉਹ ਆਪਦੇ ਰਾਜਿਆਂ ਨੂੰ ਲੇਪ ਲੂਪ ਜੇ ਕਰਕੇ ਉਹਦੇ ਚ ਐਂ ਲਾ ਦਿੰਦੇ ਸੀਗੇ ਕਰੋੜਾਂ ਸਾਲ ਲੱਖਾਂ ਸਾਲ ਉਹ ਖਰਾਬ ਨਹੀਂ ਸੀ ਹੁੰਦੇ। ਇਹ ਪਿਰਾਮਿਡ ਦੇ ਉੱਪਰ ਜਿਹੜਾ ਬੰਦਾ ਚਾਹੀਦਾ ਬੈਠ ਗਿਆ ਨਾ ਤੇ ਉਹ ਐ એનર્ਜੀ ਸਾਰੇ ਬੇਸ ਤੱਕ ਜਾਊਗੀ। ਉੱਤੇ ਚੋਰ ਬੈਠ ਗਿਆ ਤੇ ਐਂਡ ਤੱਕ ਚੋਰੀ ਜਾਊ।
ਸੋ ਸਭ ਜਿਹੜੇ ਮੁੱਦੇ ਲੈ ਕੇ ਤੁਸੀਂ ਚੱਲੇ ਸੀ, ਤੁਸੀਂ ਤਾਂ ਲਗਾਤਾਰ ਉਹ ਮੁੱਦੇ ਚੱਕਦੇ ਰਹੇ ਆ, ਪਰ ਕੁਝ ਮੁੱਦੇ ਜਿਹੜੇ ਹੱਲ ਨਹੀਂ ਹੋਏ, ਜਿਵੇਂ ਬੇਅਦਬੀ ਦਾ ਹਲੇ ਵੀ ਹੱਲ ਨਹੀਂ ਹੋਇਆ, ਗੋਲੀ ਕਾਂਡ ਦਾ ਹਲੇ ਵੀ ਜਿਹੜਾ ਹੱਲ ਨਹੀਂ ਹੋਇਆ, ਤੁਸੀਂ ਲਗਾਤਾਰ ਅੱਜ ਵੀ ਤੁਸੀਂ ਉਹ ਮੁੱਦੇ ਚੱਕਦੇ ਰਹੇ ਆ। ਨੁਕਸਾਨ ਤੇ ਨਹੀਂ ਹੋਊਗਾ ਇਸ ਚੀਜ਼ ਦਾ? ਕਿਉਂਕਿ ਲੋਕ ਕਹਿਣਗੇ ਕਿ 1.5 ਸਾਲ ਅਕਾਲੀ ਦਲ ਸੀ, 5 ਸਾਲ ਤੁਸੀਂ ਵੇਖੋ, ਇੱਥੇ 2-3 ਬੰਦਿਆਂ ਕੋਲ ਹੀ ਤਾਕਤ ਹੁੰਦੀ ਹੈ ਜਿਹੜੇ ਨਿਰਣਾ ਲੈਂਦੇ ਮੁੱਖ ਮੰਤਰੀ। ਮੈਂ ਚਾਹੁੰਦਾ ਕਿ ਮੁੱਖ ਮੰਤਰੀ ਇਕੱਲਾ ਹੀ ਨਾ ਹੋਵੇ, ਇਹ ਮੰਤਰਾਲਿਆਂ ਦੇ ਕੋਲ, ਸਰਪੰਚਾਂ ਦੇ ਕੋਲ, ਹਰੇਕ ਦੇ ਕੋਲ ਤਾਕਤ ਹੋਵੇ। ਉਹ ਆਪਣੀ ਤਾਕਤ ਨੂੰ, ਉਹਦਾ ਨਿਰਵਾਹ ਕਰਕੇ ਪਾਵਰ ਨੂੰ ਡੀਸੈਂਟਰਲਾਈਜ਼ ਕਰਨ। ਮਤਲਬ ਸਰਪੰਚ ਆਪਣੀ ਤਾਕਤ ਦਾ ਅਖਤਿਆਰ ਰੱਖੇ, ਮੁਨਸਪੈਲਿਟੀਆਂ ਆਪਣੀ ਤਾਕਤ ਦਾ ਅਖਤਿਆਰ ਰੱਖਣ, APC MC ਦੀਆਂ ਮੰਡੀਆਂ ਆਪਣੀ ਤਾਕਤ ਦਾ ਅਖਤਿਆਰ ਰੱਖਣ, ਮਿਨਿਸਟਰੀਆਂ ਗੁਲਾਮ ਨਾ ਹੋਣ, ਮਿਨਿਸਟਰੀਆਂ ਆਪਣੀ ਤਾਕਤ ਦਾ। ਜਦੋਂ ਤੁਸੀਂ ਰਿਸਪੌਂਸਿਬਿਲਟੀ ਵੰਡ ਦਿਓਗੇ ਤੇ ਇਕੱਲਾ ਚੀਫ ਮਿਨਿਸਟਰ ਕਮਾਊ ਪੁੱਤਾਂ ਨੂੰ ਨਾ ਸਾਂਭੂਗਾ ਤੇ ਮੰਤਰੀਆਂ ਦੀ ਗੱਲ ਅਫਸਰ ਸੁਣਨਗੇ, ਬਿਲਕੁਲ, ਜਿਹੜਾ ਕਿ ਉਹਨਾਂ ਨੂੰ ਚਾਹੀਦਾ ਹੈ, ਤੇ ਇਸ ਸਿਸਟਮ ਦੇ ਵਿੱਚ ਫਿਰ ਸਾਰੇ ਹੀ ਮਰ ਜਾਣਗੇ ਔਰ ਪੰਜਾਬ ਜਿੱਤੂ। ਇਸ ਕਰਕੇ ਮੈਂ ਕਹਿੰਦਾ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ, ਜਿੱਤੇਗਾ ਹਰ ਪੰਜਾਬੀ। ਇਹ ਜਿਹੜੇ ਸਾਡੀ ਏਕਤਾ ਨੂੰ ਖੋਰਾ ਲਾਉਂਦੇ ਆ, ਆਖਰੀ ਦਿਨਾਂ ਦੇ ਵਿੱਚ ਆ ਕੇ ਕਿਤੇ ਬੰਬ ਚਲਾਤਾ, ਕਿਤੇ ਵੋਟਾਂ ਦੀ ਪੋਲਰਾਈਜੇਸ਼ਨ ਲਈ ਇੱਕ ਕਮਿਊਨਿਟੀ ਨੂੰ ਭੈ ਦੇਤਾ, ਇਹ ਸਭ ਕੁਝ ਟਲ ਜਾਏਗਾ। ਇੱਕ ਗੱਲ ਹੋਰ, ਬੜਾ ਅਹਿਮ ਸਵਾਲ ਮੈਂ ਭੁੱਲ ਜਾਣਾ, ਮੈਂ ਥੋੜਾ ਹੋਰ ਪਾਸੇ ਨੂੰ ਜਾ ਰਿਹਾ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਚਿਹਰਾ ਬਣਾਇਆ। ਮੈਂ ਇਮਾਨਦਾਰੀ ਨਾਲ ਇਹ ਗੱਲ ਕਹਿ ਰਿਹਾ, ਬੇਸ਼ੱਕ ਜੋ ਮਰਜ਼ੀ ਕੋਈ ਮੈਨੂੰ ਕਹਿ ਦੇਵੇ ਪੱਤਰਕਾਰ ਦੇ ਤੌਰ ਤੇ, ਪਰ ਮੈਂ ਸੱਚ ਕਹੂੰਗਾ। ਪਿੰਡਾਂ ਦੇ ਲੋਕਾਂ ਦੇ ਵਿੱਚ 2 ਬੰਦਿਆਂ ਨੂੰ ਪਸੰਦ ਕੀਤਾ ਜਾਂਦਾ ਹੈ ਪੰਜਾਬ ਦੀ ਆਵਾਮ ਦੇ ਵਿੱਚ, ਨਵਜੋਤ ਸਿੰਘ ਸਿੱਧੂ, ਦੂਜਾ ਭਗਵੰਤ ਸਿੰਘ ਮਾਨ। ਤਾਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਅੱਗੇ ਲੈ ਆਈ, ਇਹਦਾ ਫਾਇਦਾ ਲੋਕੀ ਕਹਿੰਦੇ ਹੋਊਗਾ, ਤੇ ਕਾਟ ਕਰ ਸਕਦਾ ਹੈ ਨਵਜੋਤ ਸਿੰਘ ਸਿੱਧੂ, ਤੇ ਜੇ ਨਵਜੋਤ ਸਿੰਘ ਸਿੱਧੂ ਨਹੀਂ ਐਲਾਨਿਆ ਜਾਂਦਾ ਫਿਰ ਨੁਕਸਾਨ। ਵੇਖੋ, ਆਵਾਜ਼ੇ ਖਲਕ ਨਗਾੜਾ ਹੈ ਖੁਦਾ, ਜਨਤਾ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ। ਇਹ ਹੁਣ ਹਾਈ ਕਮਾਂਡ ਦੇ ਉੱਤੇ ਹੈ ਕਿ ਉਹ ਕੀ ਸੋਚਦੇ। ਵੇਖੋ, 2 ਜੱਟ ਸਿੱਖ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ। 72 ਸਾਲਾਂ ਤੋਂ ਜੱਟ ਸਿੱਖ ਅਨਾਉਂਸ ਹੁੰਦਾ ਰਿਹਾ। ਕਾਂਗਰਸ ਨੇ ਇਤਿਹਾਸ ਰਚਿਆ ਔਰ ਇੱਕ ਦਲਿਤ ਨੂੰ ਅੱਗੇ ਲਿਆਂਦਾ। ਸਮਝਦੇ ਹੋ ਮੇਰੀ ਗੱਲ? ਬਿਲਕੁਲ। ਮੈਂ ਇਹ ਮੰਨਦਾ ਕਿ ਅੱਜ ਦੀ ਡੇਟ 'ਚ ਪੰਜਾਬ ਨੂੰ ਮੈਰਿਟ ਚਾਹੀਦੀ ਹੈ। ਬਿਲਕੁਲ, ਚਾਹੇ ਉਹ ਦਲਿਤ ਕੋਲ ਹੋਵੇ, ਚਾਹੇ ਜੱਟ ਸਿੱਖ ਕੋਲ ਹੋਵੇ, ਚਾਹੇ ਕਿਸੇ ਹਿੰਦੂ ਕੋਲ। ਭਰੋਸੇਯੋਗਤਾ ਚਾਹੀਦੀ ਹੈ ਲੋਕਾਂ ਨੂੰ, ਕਿਰਦਾਰ ਚਾਹੀਦਾ, ਭਰੋਸੇਯੋਗਤਾ ਚਾਹੀਦੀ ਹੈ, ਮੋਰਲ ਅਥਾਰਟੀ ਚਾਹੀਦੀ ਹੈ, ਨੈਤਿਕਤਾ ਦੀ ਤਾਕਤ। ਮੇਰੀ ਗੱਲ ਨੂੰ ਸਮਝਦਾ? ਫੈਸਲੇ ਲੈਣ ਦੀ ਸਮਰੱਥਾ, ਅਭੇਦ ਹੋਵੇ। ਨੈਤਿਕਤਾ ਦੀ ਤਾਕਤ ਕੀ ਹੁੰਦੀ ਹੈ? ਵੀ ਸੈਂਟਰ ਦੀ ਸਰਕਾਰ ਰਬੜ ਦੇ ਗੁੱਡੇ ਵਾਂਗ ਨਾ ਨਚਾਵੇ। ਬਿਲਕੁਲ। ਕੋਈ ਈਡੀ ਲਾ ਕੇ ਫੇਰ ਨਾ ਕਹੇ ਨਾਚ ਮੇਰੀ ਬੁਲਬੁਲ, ਤੇ ਅਗਲਾ ਆਪਦੀ ਜਾਨ ਬਚਾਉਣ ਨੂੰ ਪੰਜਾਬ ਨੂੰ ਵੇਚੀ ਜਾਵੇ। ਇਹ ਬੜੇ ਵੱਡੇ ਮਸਲੇ ਨੇ ਔਰ ਸੈਂਟਰ ਨਚਾਉਂਦਾ ਰਿਹਾ। ਤੂੰ ਵੇਖ, ਕੇਸ ਕਿਸੇ ਤੇ ਡਾਇਰੈਕਟ ਨਹੀਂ ਪੈਂਦਾ। ਬਿਲਕੁਲ, ਸਾਈਡਾਂ ਸੂਡਾਂ ਦੇ ਪਾ ਕੇ ਐਸਾ ਨੂੜਦੇ ਹੈ ਕਿ ਬੰਦਾ ਆਈ ਉਹ ਕਰੀ ਜਾਂਦਾ ਹੈ। ਮੁੱਖ ਮੰਤਰੀ ਸਾਹਿਬ ਕਰ ਰਹੇ ਆ। ਪੰਜਾਬ ਦੇ ਲੋਕ ਚਾਹੁੰਦੇ ਆ ਕਿ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਈਡੀ ਤੋਂ ਉੱਤੇ ਹੋਵੇ, ਬਿਲਕੁਲ, ਜਿਹੜਾ ਇਹ ਪ੍ਰੈਸ਼ਰਾਂ ਤੋਂ ਉੱਤੇ ਹੋਵੇ ਔਰ ਪੰਜਾਬ ਦੇ ਮੁੱਦਿਆਂ ਲਈ ਖੜ ਸਕੇ, ਪੰਜਾਬ ਦੀ ਨੌਜਵਾਨੀ ਤੇ ਕਿਸਾਨੀ ਲਈ ਖੜ ਸਕੇ। ਬਿਲਕੁਲ, ਉਹਦੇ ਕੋਲ ਕੋਈ ਪਲਾਨ ਹੋਵੇ ਔਰ ਉਹਦੇ ਕੋਲ ਗੈਰਤ ਹੋਵੇ, ਉਹ ਵਿਕਿਆ ਨਾ ਹੋਵੇ। ਇਸੇ ਕਰਕੇ ਤਾਂ ਮੈਂ ਕਹਿਣਾ, कौड़ी कौड़ी बिके हुए लोग, ज़मीर से गिरे हुए लोग, बरगद की बात करते हैं गमलों में उगे हुए लोग, ਜਿਹੜੇ ਬੰਨੇ ਹੋਏ ਗਮਲਿਆਂ 'ਚ ਉਹ ਬਰੋਟਿਆਂ ਦੀਆਂ ਗੱਲਾਂ ਕਰਦੇ ਆ, ਜਿਹੜੇ ਕੌੜੀ ਕੌੜੀ ਵਿਕਦੇ ਆ, ਇਹਨਾਂ ਦੀ ਜਾਗਦੀ ਜ਼ਮੀਰ ਵਿਕ ਚੁੱਕੀ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਬੰਨ੍ਹ ਲਿਆ ਮਫਾਦਾਂ 'ਚ, ਠੀਕ ਹੈ। ਉਹ ਗਮਲੇ 'ਚ ਉੱਗੇ ਛੋਟੇ ਛੋਟੇ ਪੌਦੇ ਬਰਗਦਾਂ ਦੀ ਗੱਲ ਕਰਦੇ। ਸਿੱਧੂ ਸਾਹਿਬ, ਤੁਹਾਡੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਤੇ ਜਿਹੜੀ ਰੇਡ ਹੋਈ ਹੈ, ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਭਾਈ ਪੋਲੀਟੀਕਲ ਵੈਂਡੇਟਾ ਹੋਇਆ, ਪਰ ਗੱਲ ਇਹ ਆ ਵੀ ਈਡੀ 10 ਕਰੋੜ ਰੁਪਈਆ ਨਾਲ ਤੇ ਨਹੀਂ ਨਾ ਲੈ ਕੇ ਆਈ। ਇੱਕ ਆਮ ਗਰੀਬ ਦਲਿਤ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਈਆ ਮਿਲ ਜਾਂਦਾ। ਸਿੱਧੂ ਸਾਹਿਬ, ਕਿਤੇ ਨੁਕਸਾਨ ਤਾਂ ਨਹੀਂ ਹੋਊਗਾ ਇਸ ਤਰੀਕੇ ਦੇ ਨਾਲ? ਦੇਖੋ, ਲੋਕ ਬੜੇ ਸਿਆਣੇ, ਲੋਕ ਬੜੇ ਸਿਆਣੇ, ਲੋਕਾਂ ਨੂੰ ਸਭ ਪਤਾ। ਮੈਂ ਤੇ ਇੰਨੀ ਗੱਲ ਕਹਿਣਾ ਕਿ ਈਡੀ ਅਗਰ ਲਾਉਣੀ ਸੀ 2018 ਦਾ ਕੇਸ ਉਦੋਂ ਲਾਉਂਦੇ, ਕੀ ਇਤਰਾਜ਼ ਸੀ? ਵਿਕਰਮ ਦੇ ਉੱਤੇ 2018 ਦੇ ਵਿੱਚ STF, ED
ਦੀ ਰਿਪੋਰਟ ਕਲੱਬ ਕਰਕੇ ਕੋਰਟ ਨੇ ਕਿਹਾ ਐਕਸ਼ਨ ਲਓ ਇਹ, ਬਿਲਕੁਲ। ਤੇ ਤੁਸੀਂ 4 ਸਾਲ ਸੁੱਤੇ ਰਹਿੰਦੇ ਹੋ, ਫਿਰ ਪੋਲੀਟੀਕਲ ਮੋਟਿਵ ਲਈ ਕੁਝ ਕਰੋਗੇ ਤੇ ਉਹ ਤੇ ਗਲਤ। ਮੈਂ ਨਹੀਂ ਕਹਿੰਦਾ ਜੋ ਹੋ ਰਿਹਾ ਸਬ ਜੂਡਿਸ ਹੈ, ਮੈਂ ਉਹ ਤੇ ਕਮੈਂਟ ਵੀ ਨਹੀਂ ਕਰਦਾ, ਲੇਕਿਨ ਮੈਂ ਇੰਨਾ ਜ਼ਰੂਰ ਕਹਿਣਾ ਕਿ ਜਿਸ ਸਿਸਟਮ 'ਚ ਦੇਖੋ ਅਸੀਂ ਦਰਬਾਰ ਸਾਹਿਬ ਜਾਂਦੇ ਆ, ਉੱਥੇ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਮੇਰੀ ਪੀਰੀ ਦੇ ਝੰਡਿਆਂ ਨੂੰ ਜਦੋਂ ਮੱਥਾ ਲਾਈਦਾ ਤੇ ਵੇਖੀਦਾ ਯਾਰ ਧਰਮ ਦਾ ਝੰਡਾ 2.5 ਫੁੱਟ ਉੱਚਾ ਹੈ, ਬਿਲਕੁਲ ਸਦਾ ਲਈ। ਤੇ ਜਿਹੜਾ ਰਾਜ, ਜਿਹੜੀ ਸਰਕਾਰ ਆਪਦਾ ਵਕਾਰ ਖੋਦੇ ਔਰ ਧਰਮ ਨੂੰ ਪ੍ਰੋਟੈਕਟ ਹੀ ਨਾ ਕਰ ਸਕੇ, ਧਰਮ ਦੇ ਸੁਰੱਖਿਆ ਕਵਚ ਨਾ ਪਾ ਸਕੇ, ਰਾਜ ਬਿਨਾ ਨਾ ਹੀ ਧਰਮ ਚਲੇ, ਧਰਮ ਬਿਨਾ ਸਭ ਤਲੇ ਬਣੇ। ਬਿਲਕੁਲ। ਰਾਜ ਦੇ ਬਿਨਾ ਕਿਤੇ ਧਰਮ ਚੱਲੇ ਹੈ? ਮਹਾਰਿਸ਼ੀ ਵਿਸ਼ਵਾਮਿੱਤਰ ਭਗਵਾਨ ਰਾਮ ਨੂੰ ਲੈ ਕੇ ਗਏ ਸੀ ਉਹਨੂੰ ਤਾੜਕਾ ਨੂੰ ਮਾਰਨ, ਉਹ ਯੱਗ ਨਹੀਂ ਸੀ ਕਰਨ ਦਿੰਦੀ। ਹਾਂਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਘੋੜੇ ਦੀ ਕਾਠੀ ਤੇ ਜ਼ਿੰਦਗੀ ਕੱਢੀ। 6ਵੀਂ ਪਾਤਸ਼ਾਹੀ ਨੇ ਮੀਰੀ ਪੀਰੀ ਦਿੱਤੀ ਸਾਨੂੰ ਜ਼ੁਲਮ ਦੇ ਖਿਲਾਫ ਲੜਨਾ ਸੀ। ਕਸ਼ਮੀਰੀ ਪੰਡਤਾਂ ਖਾਤਰ 9ਵੀਂ ਪਾਤਸ਼ਾਹੀ ਨੇ ਬਿਲਕੁਲ ਹੈ ਕਿਸ ਤਰ੍ਹਾਂ ਦੇ ਬਲੀਦਾਨ ਦਿੱਤੇ, ਹਿੰਦ ਦੀ ਚਾਦਰ ਕਾਹੇ। ਮੈਨੂੰ ਪਤਾ ਸਾਹਿਬ ਤੁਸੀਂ ਜਾਣਾ ਵੀ ਹੈ, ਮੈਂ 10 ਮਿੰਟ ਥੋੜੇ ਜਿਹੇ ਹੋਰ ਲੈਣੇ ਆ ਜ਼ਰੂਰ। ਜੇ ਮੈਂ ਤੁਹਾਡੀ ਪਾਰਟੀ ਦੀ ਮੈਂ ਗੱਲ ਕਰਾਂ, ਤੁਹਾਡਾ ਚੋਣ ਪ੍ਰਚਾਰ ਵੀ ਚੱਲ ਪਿਆ, 86 ਟਿਕਟਾਂ ਵੀ ਤੁਸੀਂ ਅਨਾਊਂਸ ਕਰਤੀਆਂ, ਇੱਕ ਅੱਧੇ ਦਿਨ ਤੱਕ ਮੈਨੂੰ ਲੱਗਦਾ ਲਿਸਟ ਆ ਜਾਊ, ਤੁਸੀਂ ਬਾਕੀ ਵੀ ਕਰ ਦਿਓਗੇ। ਪਰ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਦੁਆਬੇ ਦੇ ਵਿੱਚ ਮਾਹੌਲ ਬਣਿਆ ਹੋਇਆ, ਰਾਣਾ ਗੁਰਜੀਤ ਜਿਹੜੇ ਆ 3-4 ਸੀਟਾਂ ਦੇ ਉੱਪਰ ਤੁਹਾਨੂੰ ਨੁਕਸਾਨ ਪਹੁੰਚਾਉਣ ਨੂੰ ਲੱਗੇ ਹੋਏ ਆ, ਪ੍ਰਧਾਨ ਹੋਣ ਦੇ ਨਾਤੇ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ? ਵੇਖੋ ਸਿਆਣੇ ਨੇ ਕਿ ਨਿਆਣੇ ਨੇ? ਸਿਆਣੇ ਨੇ, ਬਿਲकुल ਸਿਆਣੇ ਨੇ। देखो शोहरत की बुलंदी तो एक पल का तमाशा है, जिस शाख पे बैठे हो वो टूट भी सकती। बिल्कुल समझना, बिल्कुल। तुसी जिहड़ी टाणी ते बैठे हो उसनूं वड्डी जाओ, तुहानूं कौन सियाणा कहू? बिल्कुल। मैं तो देख कैप्टन अमरिंदर सिंह तो मैं है नहीं, मैं जा कहूँ सुर कलम कर दूँ, शिकायत मैं करता नहीं, मैं तो शिकस्त देना। बिल्कुल समझ नहीं, शो कॉज नोटिस देता है तो की फायदा? ਜਦੋਂ ਬੰਦਾ ਮਿੱਥ ਕੇ ਕਰੀ ਜਾਂਦਾ ਹੈ ਗਲਤ ਹੈ ਨਾ। ਜਦੋਂ ਪਾਰਟੀ ਨੇ ਇੱਕ ਵਾਰ ਕਹਿਤਾ ਕਿ ਕਿਸੇ ਦੀ ਭੈਣ ਨੂੰ ਕਿਸੇ ਪਰਿਵਾਰ 'ਚ 2 ਟਿਕਟਾਂ ਨਹੀਂ ਦਿਆਂ, ਫਿਰ ਭਾਈ ਕੋਈ ਆਤਮਤਾਈ ਨਹੀਂ ਨਾ, ਕਹਿੰਦੇ ਸੁਰਖਾਬ ਦੇ ਪਰ ਥੋੜਾ ਲੱਗੇ ਵੀ ਤੁਸੀਂ ਉਹਨੂੰ ਦੇ ਦਿਓਗੇ ਉਹਦੇ ਲਈ। ਪਰ ਤ੍ਰਿਪਤ ਬਾਜਵਾ ਹੋ ਜੀ ਵੀ ਇਹ ਗੱਲ ਕਹਿ ਰਿਹਾ ਕਿ ਸੰਤੋਖ ਚੌਧਰੀ ਦੇ ਬੇਟੇ ਨੂੰ ਦੇਤੀ, ਅਮਰ ਸਿੰਘ ਦੇ ਬੇਟੇ ਨੂੰ ਦੇਤੀ। ਨਹੀਂ, ਪਰ ਉਹ ਐਮਪੀ ਨੇ ਭਾਈ, ਲੋਕ ਸਭਾ ਦੇ ਵਿੱਚ ਇੱਕ ਨੂੰ ਤਾਂ ਕੈਪਟਨ ਸੀਗਾ, ਕੈਪਟਨ ਦੀ ਘਰ ਵਾਲੀ ਸੀ ਹੈ। ਬਿਲਕੁਲ ਸਮਝਿਆ ਨਹੀਂ? ਇਸ ਕਰਕੇ ਅੱਛਾ, ਲੋਕ ਸਭਾ ਦੀ ਜੇਕਰ ਇੱਕ ਬੰਦਾ ਮੈਂਬਰ ਹੈਗਾ ਤਾਂ ਐਮਐਲਏ ਲੜ ਸਕਦਾ ਹੈ। ਯਾਰ ਮੈਂ ਜਿਹੜੀ ਗੱਲ ਕਹਿਣਾ ਕਿ ਭਾਈ ਅਸੀਂ ਵਿਧਾਨ ਸਭਾ 'ਚ 2 ਟਿਕਟਾਂ ਨਹੀਂ ਦੇਣੀ। ਬਿਲਕੁਲ ਉਹੀ ਮੈਂ ਕਲੀਅਰ ਕਰਨ ਦੀ, ਕਿਉਂਕਿ ਲੋਕਾਂ ਨੂੰ ਕਲੀਅਰ ਨਹੀਂ ਸੀ ਜੀ। ਬਿਲਕੁਲ ਨਹੀਂ ਦੇਣੀਆਂ। ਤੇ ਉਹ ਰੁਕੂ ਕਿਵੇਂ ਲੜਾਈ? ਕਿਉਂਕਿ ਮੈਂ ਇੱਕ ਸੀਨੀਅਰ ਪੱਤਰਕਾਰ ਤੋਂ ਸੁਣ ਰਿਹਾ ਸੀ, ਕਹਿੰਦੇ 2012 ਦੇ ਵਿੱਚ ਅਕਾਲੀ ਦਲ ਨੇ ਨਹੀਂ ਸੀ ਹਰਾਇਆ ਕਾਂਗਰਸ ਨੂੰ, ਆਪ ਹੀ ਕਾਂਗਰਸ ਹਰ ਗਈ ਸੀ, ਇੱਕ ਦੂਜੇ ਨੂੰ ਹਰਾਉਣ ਦੇ ਚੱਕਰ 'ਚ ਪੈ ਗਈ ਸੀ। ਦੇਖੋ ਮੈਂ ਇੱਕ ਗੱਲ ਨੂੰ ਪਹਿਲਾਂ ਕਹਿਣਾ ਕਿ ਕਾਂਗਰਸ ਸਟਰਕਚਰਲੀ ਇੰਨੀ ਤਗੜੀ ਪਾਰਟੀ ਹੈ ਕਿ ਗਲੀ ਮਹੱਲੇ 'ਚ ਪ੍ਰਧਾਨ ਨੇ। ਬਿਲਕੁਲ। ਕੋਈ ਗਲੀ ਕੋਈ ਮਹੱਲਾ ਐਸਾ ਨਹੀਂ ਹੈ ਜਿੱਥੇ ਪੁਰਾਣਾ ਕਾਂਗਰਸੀ ਨਹੀਂ ਹੈ। ਹਾਂ, ਇਹ ਗੱਲ ਵੱਖਰੀ ਹੈ ਵੀ ਉਹ ਰੁੱਸ ਕੇ ਘਰੇ ਬਹਿ ਗਿਆ ਹੋਵੇ, ਇਹ ਗੱਲ ਵੱਖਰੀ ਹੈ ਕਿ ਕੋਈ ਮਨਾਉਣ ਨਾ ਗਿਆ ਹੋਵੇ। ਬਲਾਕ ਪ੍ਰਧਾਨ ਰਿਹਾ ਕੋਈ ਪੁਰਾਣਾ ਕਾਉਂਸਲਰ ਰਿਹਾ ਹੈ, ਕੋਈ ਤੂੰ ਦੇਖ ਐਮਐਲਏ ਫਾਰਮਰ ਐਮਐਲਏ 15-20 ਨੇ। ਬਿਲਕੁਲ। ਘੱਟ ਜਿਹੜੇ ਟਿਕਟਾਂ ਮੰਗਦੇ, ਫਾਰਮਰ ਐਮਪੀ ਹੋਣੇ 50। ਇਹ ਕਾਂਗਰਸ ਹੈ, ਵਿਰਾਸਤ ਦੀ ਪਾਰਟੀ ਹੈ। ਔਰ ਇੱਟ ਚੁੱਕੋ ਕਾਂਗਰਸੀ, ਇੱਟ ਦੇ ਥੱਲੇ ਵੀ ਕਾਂਗਰਸੀ, ਇੱਟ ਦੇ ਉੱਤੇ ਵੀ ਕਾਂਗਰਸੀ। ਇਹਨਾਂ ਨੂੰ ਜੇ ਤੁਸੀਂ ਸਾਂਭ ਨਹੀਂ ਸਕਦੇ ਤੇ ਜੇ ਤੁਸੀਂ ਚੇਅਰਮੈਨ ਹੀ ਆ ਵਰਕਰਾਂ ਨੂੰ ਨਹੀਂ ਦੇ ਸਕਦੇ। ਬਿਲਕੁਲ, ਇਹ ਤੁਸੀਂ ਕਹਿੰਦੇ ਰਹੇ। ਬਿਲਕੁਲ। ਔਰ ਤੁਸੀਂ ਦਿੰਦੇ ਹੋ ਫਲਾਣੇ ਐਮਐਲਏ ਦੇ ਪੁੱਤਰ ਨੂੰ ਤੇ ਫਲਾਣੇ ਐਮਐਲਏ ਦੇ ਫਲਾਣੇ ਨੂੰ ਤੇ ਫਲਾਣੇ ਐਮਐਲਏ ਦੇ ਜਮਾਈ ਨੂੰ, ਤੇ ਲਾਣਾ ਤਾਂ ਫਿਰ ਯਾਰ। ਬਿਲਕੁਲ। ਭਾਈ ਵਰਕਰ ਕੀ ਕਰੂਗਾ? 10 ਸਾਲ ਡਾਂਗਾ ਖਾਂਦਾ ਰਿਹਾ ਹੈ, ਤੁਸੀਂ ਅਕਾਲੀਆਂ ਦੇ ਫੁੱਲ ਸਲਾਉਂਦੇ ਰਹੇ ਤੇ ਉਹਨੂੰ ਕੀ ਮਿਲਿਆ ਫਿਰ? ਬਿਲਕੁਲ। ਫਿਰ ਤੁਹਾਡੇ ਕਿਉਂ ਚੱਕੂਗਾ ਉਹ ਬਸਤੇ? ਇਹ ਲੜਾਈਆਂ ਨੇ। ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਮਿੱਤਰਾ, ਕਾਂਗਰਸ ਖੁਦ ਨੂੰ ਹਰਾ ਲੈਂਦੀ ਹੈ। ਕਾਂਗਰਸ ਇਜ਼ ਨੈਵਰ ਡਿਫੀਟਡ, ਇਟ ਡਿਫੀਟਸ ਇਟਸੈਲਫ। The Congress is never deceived, it deceives itself। ਇਹ ਗੱਲ ਪੱਕੀ ਹੈ।
ਭਾਈ ਇੰਨਾ ਸਮਝਣਾ ਚਾਹੀਦਾ ਕਾਂਗਰਸ ਨੂੰ कि डूबेगी किश्ती तो डूबेंगे सारे, कोई नहीं बचेंगे साथी हमारे। वो भाई जिस सरकार ले आओगे तां ही तो रो पाओगे बिल्कुल नहीं घर च वड़ जाओगे कुड्डा च वड़ जाओगे। ये जो सत्ता जाती है ना रेत के बालू वांग तो फिर समझ आती है भी असीं कर की गए। ਹੁਣ ਇਹ ਰੌਲਾ ਕੋਲਾ ਕਿਵੇਂ ਖਤਮ ਹੋਊਗਾ ਸਰ? देखो रौला गौला हाई कमांड ਨੂੰ सैटल करना पऊगा, समझे नहीं? हाई कमांड ਨੂੰ निर्देश देने पैणगे ਤੇ ਜਿਹੜੇ ਬੰਦੇ ਦੇ ਪੁੱਤ ਨਹੀਂ ਬਣਨਗੇ ਉਹ ਆਪਦਾ ਨੁਕਸਾਨ ਆਪ ਕਰਾਉਣਗੇ। ਪ੍ਰਨੀਤ ਕੌਰ ਵੀ ਇਹੋ ਜਿਹੀ ਗੱਲ ਕਰਦੇ ਸੀਗੇ ਕਿ ਕੈਪਟਨ ਸਿੰਘ ਦਾ ਸਾਥ ਦਿੰਦੇ ਸੀ, ਨੋਟਿਸ ਕੱਢਿਆ ਗਿਆ, ਉਸ ਤੋਂ ਬਾਅਦ ਨਾ ਤਾਂ ਨੋਟਿਸ ਦਾ ਜਵਾਬ ਪਤਾ ਲੱਗਿਆ ਨਾ ਪ੍ਰਨੀਤ ਕੌਰ ਦਾ, ਮੰਨ ਗਿਆ ਇੱਧਰ ਹੈਣਗੇ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜਾ ਮੈਂ ਕੀ ਆਨਾ ਕਿ ਉਹਨਾਂ ਦੀ ਵਾਈਫ ਉਹਨਾਂ ਨਾਲ ਨਹੀਂ ਖੜੀ, ਫਿਰ ਉਹ ਕਿਹੜੀਆਂ ਗੱਲਾਂ ਕਰਦਾ? ਭਰੋਸਾ ਕੀ ਦਿੱਤਾ ਵੈਸੇ ਪ੍ਰਨੀਤ ਕੌਰ ਨੇ ਜਦੋਂ ਨੋਟਿਸ ਕੱਢਿਆ? ਮੈਨੂੰ ਇਸ ਗੱਲ ਦਾ ਇੰਨਾ ਇਲਮ ਨਹੀਂ ਹੈ, ਪਰ ਮੈਨੂੰ ਇੰਨਾ ਇਲਮ ਹੈ ਜਿਹੜਾ ਕਹਿੰਦਾ ਹੁੰਦਾ ਮੇਰੀ ਪਾਰਟੀ ਮੈਂ ਦਰਵਾਜ਼ੇ ਬੰਦ ਕਰ ਦੂੰ, ਮੈਂ ਫਲਾਨਾ ਕਰ ਦੂੰ, ਉਹਦੇ ਨਾਲ ਇੱਕ ਕਾਉਂਸਲਰ ਨਹੀਂ ਖੜਿਆ। ਬਿਲਕੁਲ ਕਾਂਗਰਸ ਪਾਰਟੀ ਦਾ ਇੱਕ ਐਮਐਲਏ ਨਹੀਂ ਖੜਿਆ। ਇਹ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਪਾਰਟੀ ਸੁਪਰੀਮ ਹੈ ਔਰ ਪਾਰਟੀ ਨਾਲੋਂ ਉੱਤੇ ਪੰਜਾਬ ਹੈ। ਜੇ ਤੁਸੀਂ ਦੋਨਾਂ ਦੇ ਪੱਖ 'ਚ ਖੜਦੇ ਆ ਤਾਂ ਰੱਬ ਤੁਹਾਡੇ ਪੱਖ 'ਚ ਖੜੇਗਾ। ਇਸ ਕਰਕੇ ਫਿਊਚਰ ਜਿਹੜਾ ਹੈਗਾ ਉਹ ਸਾਡੇ ਚयन ਤੇ ਨਿਰਭਰ ਕਰਦਾ ਹੈ। ਬਿਲਕੁਲ ਅਸੀਂ ਕੀ ਚੁਣਦੇ ਹਾਂ ਇਹਨੇ ਸਾਡਾ ਮੁਕੱਦਰ ਬਣਾਉਣਾ। ਗੁਜ਼ਰੇ ਵਕਤ ਦੇ ਵਿੱਚ ਤਾਂ ਜੀ ਨਹੀਂ ਸਕਦੇ, ਉਹ ਤੇ ਰਾਖ ਸਮਾਨ ਹੈ। ਬਿਲਕੁਲ ਭਵਿੱਖ ਬਾਰੇ ਚਿੰਤਾ ਕਰਕੇ ਵੀ ਨਹੀਂ ਅਸੀਂ ਜੀ ਸਕਦੇ, ਲੇਕਿਨ ਜੋ ਪਲ ਹੈ ਜੇ ਉਹਦਾ ਇਸਤੇਮਾਲ ਚੰਗਾ ਕਰ ਜੀਏ, ਸੋਚੀਏ, ਵਿਚਾਰ ਜੀਏ, ਏਜੰਡਾ ਦੇਖ ਜੀਏ ਔਰ ਇੱਕ ਭਲਾ ਮਾਨਸ ਮਾਂ-ਬਾਪ ਵਰਗਾ ਬੰਦਾ ਉੱਤੇ ਬਿਠਾ ਜੀਏ ਤੇ ਮੈਂ ਤੁਹਾਨੂੰ ਅੱਜ ਲਿਖ ਕੇ ਦਿੰਦਾ ਕਿ ਪੰਜਾਬ 6 ਮਹੀਨਿਆਂ ਦੇ ਵਿੱਚ ਖੁਸ਼ਹਾਲੀ ਦੀ ਰਾਹ ਤੇ ਇਹ ਗੋਲ ਹੋਣਾ ਚਾਹੀਦਾ ਹਰੇਕ ਬੰਦੇ ਦਾ, ਗੈਰ ਸਿਆਸੀ ਬਣ ਕੇ ਐਤਕੀ ਚੱਲਣਾ। ਕਿੰਨੀਆਂ ਸੀਟਾਂ ਲੱਗਦਾ ਤੁਹਾਨੂੰ ਵੀ ਆ ਜਾਣਗੀਆਂ ਜੇ ਕਲੈਰਿਟੀ ਹੋਈ 60-70 60-70 ਦੇ ਵਿੱਚ 70 ਆ ਕਲੈਰਿਟੀ ਪੂਰੀ ਦੇ ਦੀ 70 ਮੈਂ ਤੈਨੂੰ ਲਿਖ ਕੇ ਦੇ ਦਿੰਦਾ ਕੋਲੇ ਕਾਗਜ਼ ਤੇ। ਅੱਛਾ ਜੇ ਦੁਬਿਧਾ ਹੋਈ ਦੁਬਿਧਾ ਕਿੱਦਾਂ ਮਤਲਬ? ਦੁਬਿਧਾ ਤੂੰ ਸਮਝਦਾ ਉਸ ਗੱਲ ਨੂੰ? ਦੁਬਿਧਾ ਨੂੰ ਭਾਈ ਕੋਈ ਵੀ ਪਾਲਿਸੀ ਲਾਗੂ ਤੇ ਹੋਏਗੀ ਨਾ, ਬਿਲਕੁਲ ਲਾਗੂ ਕੌਣ ਕਰੂਗਾ? ਅੱਛਾ ਉਹ ਠੀਕ ਸਮਝ ਗਿਆ ਮੈਂ, ਠੀਕ। ਉਹ ਜੇ ਦੁਬਿਧਾ ਦੂਰ ਕਰਤੀ 70 ਸੀਟਾਂ, ਅਗਰ ਉਹ ਦੁਬਿਧਾ ਰਹੀ ਤੇ ਪੰਜਾਬੀ ਕਲੈਰਿਟੀ ਵੱਲ ਜਾਂਦਾ, ਫਿਰ ਉਹ ਇੱਕ ਪਾਸਾ ਹੁੰਦਾ, ਨੁਕਸਾਨ ਹੋਊਗਾ। ਦੇਖੋ ਮੇਰੇ ਹਿਸਾਬ ਦੇ ਨਾਲ ਤਾਂ ਹੋਊਗਾ। ਪਰ ਬਹੁਤ ਸਾਰੇ ਲੋਕ ਤੁਹਾਡੀ ਵਾਲੀ ਗੱਲ ਕਰ ਰਹੇ ਆ, ਮੰਤਰੀ ਕਹਿ ਰਹੇ ਆ ਕਿ ਕਰੋ, ਪਰ ਗੱਲ ਇਹ ਪਰ ਇੱਕ ਗੱਲ ਨੂੰ ਸੁਣ, ਤੌਰ ਤੇ ਚੰਨੀ ਦਾ ਨਾਮ ਲੈ ਇੱਕ ਗੱਲ ਨੂੰ ਸੁਣ, ਮੈਂ ਤਾਂ ਕਿੰਨੀ ਦੇਰ ਦਾ ਕਹਿਣਾ ਕਰੋ। ਵੇਖੋ ਕਿਹਦੇ ਪੱਖ 'ਚ ਨੇ ਕਿਹਦੇ ਨਹੀਂ, ਪਹਿਲਾਂ ਇਹ ਦੇਖੋ ਕਿ ਉਹ ਹੈ ਕੌਣ। ਬਿਲਕੁਲ ਉਹ ਕਿਹੜੇ ਸਿਸਟਮ ਦਾ ਹਿੱਸਾ ਨੇ। ਅਗਰ ਤੇ ਨਵੇਂ ਸਿਸਟਮ ਬਣਾਉਣ ਵਾਲੇ ਦਾ ਹਿੱਸਾ ਨੇ ਤਾਂ ਪਾ ਦਿਓ, ਜੇ ਉਹੀ ਪੁਰਾਣੇ ਚਾਵਲ। ਮੈਂ ਤੁਹਾਡੇ ਫੋਲੋਅਰਾਂ ਦੇ ਲਈ ਸਵਾਲ ਪੁੱਛਣਾ ਚਾਹੁੰਦਾ, ਉਹਨਾਂ ਦੇ ਉਹਦੇ ਨਾਲ ਮੈਂ ਜ਼ਿਆਦਾ ਉਹ ਚੱਕਰ ਦੇਖੋ ਮੈਂ ਇਸ ਪੁਰਾਣੇ ਸਿਸਟਮ ਦੇ ਖਿਲਾਫ ਹਾਂ ਬੇਟਾ। ਹਾਂਜੀ ਮੈਂ ਥੋੜਾ ਜਿਹਾ ਸਵਾਲ ਪੁੱਛਣਾ ਚਾਹੂੰਗਾ, ਸਿਰਫ ਸਿੰਪਲ ਹੀ ਰਹਿਣਾ, ਮੈਂ ਕੋਈ ਸਿੱਧੇ ਤੌਰ ਤੇ ਨਹੀਂ ਪੁੱਛੂੰਗਾ, ਕੰਟਰੋਵਰਸੀ ਜਾਂ ਕੋਈ ਮੈਂ TRP ਲਈ ਨਹੀਂ। ਜਿਹੜੇ ਤੁਹਾਡੇ ਤੇ ਕੌਨਫੀਡੈਂਸ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ? ਕੌਨਫੀਡੈਂਸ ਹੈ ਤੁਹਾਨੂੰ? ਮੈਂ ਕਹਿੰਦਾ ਮੈਨੂੰ ਜੇ ਕੌਨਫੀਡੈਂਸ ਨਾ ਹੁੰਦਾ, ਮੈਂ ਆਤਮਾ ਨਾਲ ਜੁੜਿਆ ਹੋਇਆ, ਮੈਂ ਆਤਮ ਵਿਸ਼ਵਾਸ ਦਾ ਮਤਲਬ ਸਮਝਦਾ। ਮੈਂ ਇਹ ਸਮਝਦਾ ਜਿਸ ਮਾਮਲੇ 'ਚ ਮੈਂ ਕਹਿ ਰਿਹਾ ਤੁਸੀਂ ਸਮਝਦੇ ਹੋ। ਮੈਂ ਕਹਿੰਦਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਇਹ ਬਾਣੀ ਕਹਿੰਦੀ ਹੈ, ਭਗਤ ਪੀਪਾ ਜੀ ਕਹਿੰਦੇ ਆ। ਮੈਂ ਤਾਂ ਖੋਜੀ ਆ, ਮੈਂ ਤਾਂ ਉਸ ਰਾਹ ਤੇ ਤੁਰਿਆ। ਇਸ ਕਰਕੇ ਮੈਂ ਪੰਜਾਬ ਦਾ ਨੁਕਸਾਨ ਕਰ ਹੀ ਨਹੀਂ ਸਕਦਾ, ਮੈਂ ਕਿਸੇ ਦਾ ਵੀ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਕੋਈ ਅੱਡ ਲੱਗਦਾ ਹੀ ਨਹੀਂ। ਇਹ ਕਿਉਂ ਕਾਰ ਲੱਗਦਾ? ਤੁਹਾਡੇ ਫੋਲੋਅਰ ਫਿਰ ਖੁੱਲ੍ਹ ਕੇ ਮੈਦਾਨ 'ਚ ਆ ਜਾਣ। ਮੇਰੀ ਗੱਲ ਨੂੰ ਸੁਣੋ, ਮੇਰੇ ਫੋਲੋਅਰ ਸੱਚ ਦੀ ਰਾਹ ਦੇ ਨੇ। ਬਿਲਕੁਲ ਮੇਰੇ ਜਿਹੜਾ ਵੀ ਮੈਨੂੰ ਪਿਆਰ ਕਰਦਾ ਹੈ ਉਹ ਪੰਜਾਬ ਨੂੰ ਪੂਰਾ ਕਰਦਾ ਪਿਆਰ। ਬਿਲਕੁਲ ਤੇ ਜਿਹੜਾ ਮੈਨੂੰ ਸਮਝਦਾ ਉਹ ਮੇਰੇ ਪੰਜਾਬ ਦੇ ਲਈ ਇਸ਼ਕ ਨੂੰ ਸਮਝਦਾ ਹੈ। ਜ਼ਰੂਰੀ ਨਹੀਂ ਇਸ਼ਕ ਕਿਸੇ ਮਹਿਬੂਬਾ ਲਈ ਹੋਵੇ। ਤੁਸੀਂ ਆਪਣੇ ਤੌਰ ਤੇ ਥੋੜੀ ਦੁਬਿਧਾ ਸਾਫ਼ ਕਰ ਦਿਓ। ਮੈਂ ਕੀ ਆਨਾ ਕਿ ਭਾਈ ਮੈਂ ਤੇ ਪੰਜਾਬ ਨਾਲ ਇਸ਼ਕ ਕਰਦਾ, ਮੈਂ ਤੇ ਬਦਲੇ 'ਚ ਨਹੀਂ ਮੰਗਦਾ ਕੁਛ। ਇਸ਼ਕ ਹੁੰਦਾ ਉਹ ਪਿਆਰ ਜਿਹੜਾ ਬਦਲੇ 'ਚ ਕੁਛ ਮੰਗੇ ਹੀ ਨਾ। ਜ਼ਰੂਰੀ ਨਹੀਂ ਕਿ ਮਹਿਬੂਬਾ ਨਾਲ ਹੀ ਹੁੰਦਾ, ਵਤਨ ਦੀ ਮਿੱਟੀ ਨਾਲ ਵੀ ਹੁੰਦਾ। ਬਿਲਕੁਲ ਅਸ਼ਫਾਕ ਉੱਲਾ ਖਾਨ ਜਦੋਂ ਉਹਦੇ ਗਲ 'ਚ ਫਾਹਾ ਪਾਉਣ ਲੱਗੇ, ਉਹ ਕਹਿੰਦੇ ਭਾਈ ਮੌਤ ਆਉਣ ਵਾਲੀ ਹੈ, ਕੀ ਚਾਹੀ ਤੇਰੀ ਆਖਰੀ ਇੱਛਾ? ਉਹ ਕਹਿੰਦਾ ਇਹ ਤਾਂ ਮੇਰੀ ਮਹਿਬੂਬਾ ਹੈ, ਇਹ ਤਾਂ ਮੇਰੇ ਨਾਲ ਜਾਊਗੀ, ਮੈਨੂੰ ਇਹਦੇ ਨਾਲ ਇਸ਼ਕ ਹੈ।
ਮੈਂ ਚੁਣ ਕੇ ਲਈ ਹੈ, ਸਮਝਦਾ। ਦੇਸ਼ ਲਈ ਅਗਰ ਮੈਨੂੰ ਮੌਤ ਆਏਗੀ, ਇਸ ਤੋਂ ਵੱਡੇ ਭਾਗ ਕਿਹੜੇ ਨੇ ਮੇਰੇ? ਬਿਲਕੁਲ ਸਮਝਦਾ। ਬਿਲਕੁਲ। ਇਸ ਕਰਕੇ ਪੰਜਾਬ ਦੇ ਨਾਲ ਇਸ਼ਕ ਨੂੰ ਜਿਹੜਾ ਸਮਝੂਗਾ ਨਵਜੋਤ ਸਿੰਘ ਸਿੱਧੂ ਨੂੰ, ਉਹ ਸਿੱਧੂ ਨੂੰ ਸਮਝੂਗਾ। ਜਿਹੜਾ ਇਸ ਇਸ਼ਕ ਨੂੰ ਨਹੀਂ ਸਮਝੂਗਾ ਔਰ ਉਹ ਸੋਚੂਗਾ ਯਾਰ 5-4 ਕਰੋੜ ਰੁਪਏ ਕਮਾਉਂਦਾ, ਸਾਡਾ ਸਿਸਟਮ 'ਚ ਆ ਜਾਂਦਾ, ਸਾਨੂੰ ਜਿਤਾ ਦਿੰਦਾ, ਇਹ ਸਾਰੇ ਨਾਲ ਖੜੇ ਹੁੰਦੇ। ਬਿਲਕੁਲ ਸਮਝਦਾ। ਇਸ ਕਰਕੇ ਜਦੋਂ ਕੋਈ ਬੰਦਾ ਬਦਲਾਵ ਲਿਆਉਂਦਾ, ਇਹਨੂੰ ਪਤਾ ਬਦਲੂਗਾ, ਜਦੋਂ ਬਦਲਾਵ ਲਿਆਉਂਦਾ ਹੈ ਤੇ ਵਿਰੋਧ ਵੀ ਹੁੰਦਾ ਹੈ, ਹੱਸਦੇ ਵੀ ਨੇ ਪਰ ਫਿਰ ਨਾਲ ਰਲਦੇ ਆ। ਬਿਲਕੁਲ ਫਿਰ ਹੱਥ ਜੋੜਦੇ ਆ। ਬਿਲਕੁਲ। ਫਿਰ ਕਹਿੰਦੇ ਯਾਰ ਇਤਿਹਾਸ ਸਿਰਜ ਗਿਆ। ਇਹੀ ਦੇਖਿਆ ਪੰਜਾਬ ਦੀ ਰਾਜਨੀਤੀ 'ਚ ਜੋ ਵੱਡੀ ਡਿਵੈਲਪਮੈਂਟ ਹੋਈ, ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੀ ਮਿਲੀ ਹੋਈ ਸੀ, ਅਗਾਊਂ ਜ਼ਮਾਨਤ, ਉਹ ਕੈਂਸਲ ਹੋ ਗਈ। ਕਿਵੇਂ ਦੇਖਦੇ ਹੋ ਕਿ ਕੀ ਹੋ ਗਈ ਹੋਊਗਾ? ਦੇਖੋ ਬੇਟਾ, ਇਹ ਕੋਟਾਂ ਦੇ ਜਿਹੜੇ ਮਸਲੇ ਨੇ, ਇਹਨਾਂ ਦੇ ਵਿੱਚ ਪੈ ਕੇ ਦੇਖ ਤੈਨੂੰ ਸਮਝ ਆਊ ਕਿ ਏਡੇ ਤਗੜੇ ਡਰਾਮੇ ਚੱਲਣ ਲੱਗ ਗਏ ਹੁਣ। ਸਮਝਦਾ ਮੇਰੀ ਗੱਲ? ਐ ਲਿਆ ਕੇ ਖੜਾ ਦਿੰਦੇ ਆ, ਹੀਰੋ ਬਣਾ ਦਿਓ, ਕਿਸੇ ਨੂੰ ਹੀਰੋ ਬਣਾ ਦਿਓ, ਕਿਸੇ ਨੂੰ ਸਿੰਪਥੀ ਦਵਾ ਦਿਓ, ਕਿਸੇ ਨੂੰ ਕੁਛ। ਇਹ ਚੱਲਣਾ ਨਹੀਂ ਹੁਣ। ਲੋਕ ਸਮਝ, ਪੰਜਾਬ ਦੇ ਲੋਕ ਸਮਝਦੇ ਆ ਭਾਈ, ਜੇ 2018 'ਚ ਸੀ ਤਾਂ 2018 'ਚ ਕਿਉਂ ਨਹੀਂ? ਹਾਂਜੀ। ਤੇ ਜੇ ਹੁਣ ਹੈ ਤੇ ਸੰਪੂਰਨ ਸੱਚ ਕਿਉਂ ਨਹੀਂ? ਰਿਪੋਰਟ ਕਿਉਂ ਨਹੀਂ? ਸਭ ਕੁਝ ਤੱਥ ਸਾਹਮਣੇ ਕਿਉਂ ਨਹੀਂ? ਅਧੂਰਾ ਨਹੀਂ, ਪੂਰਾ ਚਾਹੀਦਾ। ਦੇਖੋ, ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਪੂਰਨਤਾ ਮਿਲਦੀ ਹੈ, ਤੇ ਪੂਰਨਤਾ ਕੋਈ ਛੋਟੀ ਚੀਜ਼ ਨਹੀਂ। ਇਹਨੂੰ ਗੱਲ ਨੂੰ ਸਮਝ। ਬਿਲਕੁਲ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜੋੜ ਨਹੀਂ ਸਕੇ ਅਸੀਂ। ਜਿਸ ਸਿਸਟਮ ਨੇ ਮੇਰੇ ਗੁਰੂ ਨੂੰ ਇਨਸਾਫ ਨਹੀਂ ਦਿੱਤਾ, ਮਾਵਾਂ ਦੇ ਦਿਲਾਂ ਦੇ ਵਿੱਚ ਵਲਦੇ ਸਿਵਿਆਂ ਦੀ ਅੱਗ ਨੂੰ ਠੰਡਾ ਨਹੀਂ ਕੀਤਾ, ਉਹਦਾ ਜਾਣਾ ਜ਼ਰੂਰੀ ਹੈ ਕਿ ਨਹੀਂ ਪੰਜਾਬ ਦੇ ਲਈ? ਇਹ ਸਵਾਲ ਹੈ। ਬਿਲਕੁਲ। ਉਹ ਸਿਸਟਮ ਟੁੱਟਣਾ ਚਾਹੀਦਾ, ਉਹ ਸਿਸਟਮ ਖਤਮ ਹੋਣਾ ਚਾਹੀਦਾ ਹੈ, ਤੇ ਇੱਕ ਪੰਜਾਬ ਪੱਖੀ ਸਿਸਟਮ ਸਿਰਜਿਆ ਜਾਣਾ ਚਾਹੀਦਾ ਹੈ। ਇੱਕ ਇਮਾਨਦਾਰ ਬੰਦਾ ਉੱਤੇ ਬਿਠਾਉਣਾ ਚਾਹੀਦਾ ਹੈ। ਪੰਜਾਬ ਦੇ ਉਹ ਲੋਕੋ, ਤੁਹਾਡਾ ਆਖਰੀ ਚਾਂਸ ਹੈ। ਬਿਲਕੁਲ। ਐਤਕੀ ਮੂਰਖ ਨਾ ਬਣਿਓ, ਕਿਉਂਕਿ ਐਤਕੀ ਪੰਜਾਬ ਦਾ ਅਸਤਿਤਵ ਦਾ ਤੇ ਲੱਗਿਆ। ਜੇ ਤੇ ਸੰਭਲ ਜਾਓਗੇ ਤੇ ਪੰਜਾਬ ਸੰਭਲ ਜੂਗਾ, ਨਾ ਸੰਭਲੋਗੇ ਤੇ ਰਹਿਣ ਜੋਗਾ ਨਹੀਂ ਰਹਿਣਾ। ਅੱਜ ਚੋਇਸ ਤੁਹਾਡੀ। ਬਿਲਕੁਲ। ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੀਜੇਪੀ ਨਾਲ ਮਿਲ ਕੇ, ਢੀਂਡਸਾ ਨਾਲ ਮਿਲ ਕੇ, ਜੋ ਸਿੱਖਾਂ ਦੇ ਲਈ ਬੀਜੇਪੀ ਨੇ ਕੀਤਾ, ਉਹ ਪ੍ਰਾਪਤੀਆਂ ਦੱਸੀਆਂ। ਇੱਕ ਜਿਹੜਾ ਤੁਸੀਂ ਸਭ ਤੋਂ ਵੱਡਾ ਸਿੱਖਾਂ ਦਾ ਮਸਲਾ ਹੱਲ ਕਰਵਾਇਆ, ਕਰਤਾਰਪੁਰ ਲਾਂਘੇ ਵਾਲਾ, ਉਹ ਵੀ ਕ੍ਰੈਡਿਟ ਅੱਜ ਬੀਜੇਪੀ ਨੇ ਲੈਣ ਦੀ ਕੋਸ਼ਿਸ਼ ਕੀਤੀ। ਤੇ ਨਾਲ ਹੀ ਨਾਲ ਇੱਕ ਵੱਡੀ ਗੱਲ ਫਿਰ ਅੱਜ ਉਹਨਾਂ ਨੇ ਦੁਹਰਾਈ, ਕਹਿੰਦੇ ਕਿ ਇਮਰਾਨ ਖਾਨ ਨੇ ਸਿਫਾਰਿਸ਼ ਕੀਤੀ ਸੀਗੀ ਨਵਜੋਤ ਸਿੰਘ ਸਿੱਧੂ ਦੀ। ਮੈਨੂੰ ਇੱਕ ਗੱਲ ਦੱਸ ਯਾਰ, ਮਤਲਬ ਜਿਹਨੇ ਝੂਠ ਬੋਲਣਾ ਉਹ ਠੀਕ ਠੀਕ ਤਾਂ ਲਾਵੇ ਯਾਰ। ਮਤਲਬ ਮੈਂ ਹੈਰਾਨ ਹੁੰਦਾ ਕਿ ਇਹ ਬੰਦਾ ਅੱਜ ਤੋਂ 6 ਮਹੀਨੇ ਪਹਿਲਾਂ ਬੀਜੇਪੀ ਨੂੰ ਢੋਂਗੀ ਗਾਲਾਂ ਕੱਢਦਾ ਹੁੰਦਾ। ਬਿਲਕੁਲ। ਮਤਲਬ ਜਿਹੜੀਆਂ ਕਹਿੰਦੇ ਨੇ ਡਫਾਂਗ ਵਾਲੀਆਂ ਗਾਲਾਂ ਕੱਢਦਾ ਹੁੰਦਾ, ਕੀ ਬੋਲਦਾ ਹੁੰਦਾ। ਅਸਲ ਦੇ ਵਿੱਚ ਉਹ ਬਾਂਹ ਮਰੋੜ ਕੇ ਰੱਖਦੇ ਸੀ ਇਹਦੀ, ਔਰ ਇਹ ਚੌਂ ਹੀ ਕਰਦਾ ਰਿਹਾ, ਇਹ ਆਪਣੀ ਜਾਨ ਬਚਾਉਂਦਾ ਰਿਹਾ। ਇਹ ਉਹਨਾਂ ਦੇ ਅੱਗੇ ਲੇਟ ਗਿਆ ਸੀ, ਇਹ ਤਲਵੇ ਚੜਦਾ ਰਿਹਾ। ਤੇ ਅੱਜ ਉਹਨਾਂ ਨੇ ਵਰਤ ਕੇ ਸਿੱਟ ਲਿਆ, ਜਿੰਨਾ ਕੁ ਵਰਤਣਾ ਸੀ ਵਰਤ ਲਿਆ। ਹੁਣ ਦੇਖ ਕਿੰਨੀ ਕੁ ਵਾਰ ਮਿਲਦੇ ਆ ਉੱਪਰ। ਪੰਜਾਬ ਦੇ ਇੰਚਾਰਜ ਨਾਲ ਹੀ ਬੈਠਾ ਹੁੰਦਾ। ਇਹ ਕੀ ਰਹਿ ਗਿਆ? ਚੱਲਿਆ ਕਾਰਤੂਸ ਹੈ, ਮੁੱਕਾ ਗਿਆ। ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਆ। ਇਹਨੂੰ ਕਿਹਨੇ ਵੋਟ ਪਾਉਣੀ ਹੈ ਮੈਨੂੰ ਦੱਸ। ਬਿਲਕੁਲ। ਪਟਿਆਲਾ ਜੋ ਟੱਕਰ ਇਹਦੇ ਮੁਕਾਬਲੇ ਫਿਰ ਕੌਣ ਉਤਰੇ ਇਹਦੇ ਮੁਕਾਬਲੇ? ਮੈਂ ਕਹਿ ਤਾਂ ਰਿਹਾ ਕਿ ਲੋਕ EVM ਵੱਲ ਵੀ ਦੇਖਣਗੇ। ਇਹਦੇ ਪੱਲੇ ਕੀ ਹੈ ਦੱਸ। ਬਿਲਕੁਲ ਸਮਝਦਾ। ਸੋ ਬੇਟਾ, ਅਗਲੀ ਇੰਟਰਵਿਊ ਤੇਰੇ ਨਾਲ ਕਰਾਂਗੇ। ਉਮੀਦ ਪਹਿਲਾਂ ਤੁਸੀਂ ਇਹ ਵਾਅਦਾ ਕਰਦੇ ਹੋ ਕਿ ਐਤਕੀ ਲੇਟ ਨਹੀਂ ਹੋਊਗੀ। ਤੂੰ ਮੈਨੂੰ ਦੱਸ, ਕਦੇ ਸਿੱਧੂ ਨੇ ਵਾਅਦੇ ਕੀਤੇ? ਵਾਅਦੇ ਤੇ ਅੰਡੇ ਟੁੱਟਣ ਲਈ ਹੁੰਦੇ ਆ। ਫਿਰ ਹੁਣ ਮੇਰੀ ਗੱਲ ਨੂੰ ਸੁਣ ਲੈ, ਮੈਂ ਤਾਂ ਤੈਨੂੰ ਜ਼ੁਬਾਨ ਦਿੰਦਾ ਕਿ ਤੂੰ ਸੱਚੇ ਮਾਰਗ ਤੁਰਿਆ, ਇਸ ਕਰਕੇ ਤੇਰੇ ਹਰ ਕਰਮ 'ਚ ਵ੍ਰਿੱਧੀ ਹੋਈ ਹੈ। ਪਰਮਾਤਮਾ ਨੇ ਪਾਗਲ ਹੈ। ਬਿਲਕੁਲ। ਸਾਡਾ ਸਹਿਯੋਗ ਜਿੱਥੇ ਚਾਹੀਦਾ ਹੈ, ਤੂੰ ਹੱਕ ਨਾਲ ਲੱਗੀ।
ਬਿਲਕੁਲ, ਥੈਂਕ ਯੂ। ਮੈਂ ਉਮੀਦ ਕਰਦਾ ਕਿ ਦਰਸ਼ਕਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਜ਼ਰੂਰੀ ਮਿਲ ਗਏ ਹੋਣੇ। ਮੈਂ 2-4 ਛੋਟੇ ਸਵਾਲ ਜਿਹੜੇ ਆ ਉਹ ਹਾਸੇ ਮਜ਼ਾਕ ਵਾਲੇ ਸਿਸਟਮ 'ਚ ਲੈਣੇ ਆ। ਮੈਂ ਇਹ ਪੰਜਾਬ ਵਾਲਾ ਮਸਲਾ ਬੜਾ ਸੰਜੀਦਗੀ ਵਾਲਾ ਮਸਲਾ। ਨਹੀਂ, ਮੈਂ ਤਾਂ ਹੀ ਉਹ ਪਹਿਲਾਂ ਚੈਪਟਰ ਖਤਮ ਕਰਤਾ। ਆ ਛੋਟਾ ਜਿਹਾ ਲੈਣੇ ਆ। ਮੈਂ ਤੁਹਾਨੂੰ ਡਾਇਲੋਗ ਦੱਸਣਾ ਹੈ ਛੋਟਾ ਜਿਹਾ, ਤੇ ਤੁਸੀਂ ਦੱਸਣਾ ਹੈ ਕਿਹਨੇ ਬੋਲਿਆ ਸੀਗਾ। ਅੱਛਾ, ਮੈਨੂੰ ਯਾਰ ਡਾਇਲੌਗ ਨਹੀਂ, ਤੁਹਾਨੂੰ ਜਿੱਤੇ ਆ ਸਾਰੇ। ਮੈਂ ਤੁਹਾਨੂੰ ਦੱਸਦਾ, ਰਾਜ ਕਰਾਂਗੇ 25 ਸਾਲ। ਇਹ ਠੇਕੇਦਾਰੀ ਸਿਸਟਮ ਵਾਲਾ ਸੀਗਾ, ਸੁੱਖਾ ਗੱਪੀ। ਤੇ ਇੱਕ ਵਾਰੀ ਜਿਤਾ ਦਿਓ, ਮੇਰੀ ਉਮਰ ਵੱਧ ਜੂ। ਮੈਂ ਨਹੀਂ ਦੱਸਦਾ ਯਾਰ ਇਹ। ਤੇ ਕਾਂਗਰਸ ਦੇ ਦਰਵਾਜ਼ੇ ਸਿੱਧੂ ਲਈ ਬੰਦ ਨੇ। ਕੀ ਦੱਸਾਂ, ਅਹੰਕਾਰੀ ਰਾਜਾ। ਬਹਿਨੋ ਔਰ ਭਾਈਓ, ਜਾਣਦੇ ਯਾਰ ਤੂੰ, ਬਸ ਕਰ। ਲਾਸਟ ਹੈ। ਮੈਂ ਆ ਵੀ ਕਰ ਲੈਣਾ, ਮੈਂ ਆ ਵੀ ਕਰ ਲੈਣਾ, ਮੈਂ ਆ ਵੀ ਕਰ ਲੈਣਾ। ਮੈਨੂੰ ਸੁਣਿਆ ਹੀ ਨਹੀਂ ਹੈ। ਚਲੋ ਠੀਕ ਹੈ। ਸੁਝਾਅ ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਬੇਟਾ, ਬੜਾ ਚਾਲੂ ਮੈਂ ਤੂੰ। ਤਾਂ ਇਹ ਸਨ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ, ਜਿਨ੍ਹਾਂ ਦੇ ਵੱਲੋਂ ਆਪਣਾ ਕੀਮਤੀ ਜਿਹੜਾ ਸਮਾਂ ਸਾਨੂੰ ਦਿੱਤਾ ਗਿਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦੇ ਮਨ ਦੇ ਹਰ ਸਵਾਲ ਜਿਹੜੇ ਆ ਉਹ ਅਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਜਿਹੜੇ ਪੁੱਛੇ ਸੀ, ਉਮੀਦ ਕਰਦੇ ਹਾਂ ਕਿ ਉਹਨਾਂ ਦੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ। ਦੁਬਾਰਾ ਫਿਰ ਸਿੱਧੂ ਸਾਹਿਬ ਨੇ ਸਾਨੂੰ ਜ਼ੁਬਾਨ ਦਿੱਤੀ ਹੈ, ਜਲਦੀ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ, ਦੁਬਾਰਾ ਇੰਟਰਵਿਊ ਕਰਾਂਗੇ ਤੇ ਤੁਹਾਡੇ ਅਗਲੇ ਸਵਾਲਾਂ ਦਾ ਵੀ ਜਵਾਬ ਦੇਵਾਂਗੇ। ਧੰਨਵਾਦ।